ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਹਿਤਿਕ ਸਫ਼ਰ 'ਚ ਤੇ ਮੈਂ ਕੁਲਦੀਪ ਗਿੱਲ ਲੈ ਕੇ ਹਾਜ਼ਰ ਹਾਂ। ਰੌਬਰਟ ਟੀ ਕਿਓਸਾਕੀ ਦੇ ਅਮੀਰ ਬਣਨ ਦੇ ਸਿੱਖਿਆ ਦੇ ਸਫ਼ਰ ਦਾ 5ਵਾਂ ਸਬਕ। ਅਮੀਰ ਲੋਕ ਪੈਸਿਆਂ ਦੀ ਕਾਢ ਕੱਢਦੇ ਹਨ। ਪਿਛਲੀ ਰਾਤ ਮੈਂ ਲਿਖਣਾ ਬੰਦ ਕਰ ਦਿੱਤਾ ਅਤੇ ਅਲੈਗਜ਼ੈਂਡਰ ਗ੍ਰਾਹਮ ਬੈਲ ਦੇ ਜੀਵਨ ਉੱਤੇ ਆਧਾਰਿਤ ਇੱਕ ਟੀਵੀ ਪ੍ਰੋਗਰਾਮ ਦੇਖਿਆ। ਬੈਲ ਨੇ ਟੈਲੀਫੋਨ ਦਾ ਪੇਟੈਂਟ ਕਰਵਾਇਆ ਸੀ ਤੇ ਉਹਨਾਂ ਦੀ ਨਵੀਂ ਖੋਜ ਦੀ ਬੜੀ ਮੰਗ ਸੀ ਕਿਉਂਕਿ ਉਹਨਾਂ ਨੂੰ ਇੱਕ ਵੱਡੀ ਕੰਪਨੀ ਦੀ ਲੋੜ ਸੀ। ਇਸ ਲਈ ਉਹ ਉਸ ਵੇਲੇ ਦੀ ਨਾਮੀ ਕੰਪਨੀ ਵੈਸਟਰਨ ਯੂਨੀਅਨ ਦੇ ਕੋਲ ਗਏ ਤੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਦੇ ਪੇਟੈਂਟ ਤੇ ਉਹਨਾਂ ਦੀ ਛੋਟੀ ਜਿਹੀ ਕੰਪਨੀ ਨੂੰ ਖਰੀਦ ਲੈਣ। ਉਹ ਪੂਰੇ ਪੈਕੇਜ ਲਈ $1,00,000 ਚਾਹੁੰਦੇ ਸਨ। ਵੈਸਟਰਨ ਯੂਨੀਅਨ ਦੇ ਚੇਅਰਮੈਨ ਨੇ ਇਹ ਸੁਣਦੇ ਸਾਰ ਹੀ ਤਿਊੜੀਆਂ ਚੜ੍ਹਾ ਲਈਆਂ ਅਤੇ ਪ੍ਰਸਤਾਵ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਮੰਗੀ ਜਾਣ ਵਾਲੀ ਕੀਮਤ ਬਹੁਤ ਜ਼ਿਆਦਾ ਹੈ। ਬਾਕੀ ਇਤਿਹਾਸ ਹੈ। ਖਰਬਾਂ ਡਾਲਰ ਦੇ ਉਦਯੋਗ ਦਾ ਜਨਮ ਹੋਇਆ AT&T ਦਾ। ਅਲੈਗਜ਼ੈਂਡਰ ਗ੍ਰਾਹਮ ਬੈਲ ਦੀ ਕਹਾਣੀ ਖਤਮ ਹੋਣ ਤੋਂ ਬਾਅਦ ਸ਼ਾਮ ਦੇ ਸਮਾਚਾਰ ਆ ਰਹੇ ਸਨ। ਸਮਾਚਾਰਾਂ ਵਿੱਚ ਇੱਕ ਸਥਾਨੀ ਕੰਪਨੀ ਦੇ ਸਟਾਫ 'ਚ ਕਟੌਤੀ ਬਾਰੇ ਇੱਕ ਖਬਰ ਸੀ। ਵਰਕਰ ਨਾਰਾਜ਼ ਸਨ ਅਤੇ ਸ਼ਿਕਾਇਤ ਕਰ ਰਹੇ ਸਨ ਕਿ ਕੰਪਨੀ ਦੇ ਮਾਲਕ ਜ਼ਿਆਦਤੀ ਕਰ ਰਹੇ ਸਨ। ਫੈਕਟਰੀ ਦੇ ਸਾਹਮਣੇ ਇੱਕ 45 ਸਾਲ ਦਾ ਨੌਕਰੀ ਤੋਂ ਕੱਢਿਆ ਗਿਆ ਮੈਨੇਜਰ ਆਪਣੀ ਪਤਨੀ ਤੇ 2 ਬੱਚਿਆਂ ਨਾਲ ਖੜਾ ਸੀ ਅਤੇ ਸੁਰੱਖਿਆ ਗਾਰਡਾਂ ਤੋਂ ਅੰਦਰ ਜਾਣ ਦੀ ਇਜਾਜ਼ਤ ਮੰਗ ਰਿਹਾ ਸੀ ਤਾਂ ਕਿ ਉਹ ਮਾਲਕਾਂ ਨੂੰ ਬੇਨਤੀ ਕਰ ਸਕੇ ਕਿ ਉਸ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਉਸਨੇ ਹੁਣੇ ਹੀ ਇੱਕ ਮਕਾਨ ਖਰੀਦਿਆ ਸੀ ਅਤੇ ਉਸ ਨੂੰ ਡਰ ਸੀ ਕਿ ਉਹ ਮਕਾਨ ਵੇਚਣਾ ਪਵੇਗਾ। ਮੀਡੀਆ ਦੇ ਸਾਰੇ ਕੈਮਰਿਆਂ ਦੀਆਂ ਨਜ਼ਰਾਂ ਉਸ ਉੱਤੇ ਹੀ ਸਨ ਤੇ ਪੂਰੀ ਦੁਨੀਆ ਇਸ ਦ੍ਰਿਸ਼ ਨੂੰ ਦੇਖ ਰਹੀ ਸੀ। ਇਹ ਕਹਿਣ ਦੀ ਲੋੜ ਨਹੀਂ ਕਿ ਇਸਨੇ ਮੇਰਾ ਧਿਆਨ ਖਿੱਚ ਲਿਆ। ਮੈਂ 1984 ਤੋਂ ਪ੍ਰੋਫੈਸ਼ਨਲ ਟੀਚਰ ਦੇ ਤੌਰ ਤੇ ਪੜ੍ਹਾ ਰਿਹਾ ਹਾਂ। ਇਹ ਇੱਕ ਬੜਾ ਵਧੀਆ ਅਨੁਭਵ ਰਿਹਾ ਹੈ ਕਿਉਂਕਿ ਮੈਂ ਹਜ਼ਾਰਾਂ ਬੱਚਿਆਂ ਨੂੰ ਪੜ੍ਹਾਇਆ ਹੈ ਤੇ ਮੈਂ ਸਾਰਿਆਂ ਵਿੱਚ ਇੱਕੋ ਗੱਲ ਦੇਖੀ ਹੈ ਜਿਸ ਵਿੱਚ ਮੈਂ ਵੀ ਸ਼ਾਮਿਲ ਹਾਂ। ਸਾਡੇ ਅੰਦਰ ਕਾਫੀ ਸਾਰੀਆਂ ਪੋਟੈਂਸ਼ੀਅਲ ਜਾਂ ਸੰਭਾਵਨਾਵਾਂ ਹੁੰਦੀਆਂ ਹਨ ਅਤੇ ਸਾਨੂੰ ਕੁਦਰਤ ਵੱਲੋਂ ਬਹੁਤ ਸਾਰੇ ਤੋਹਫੇ ਵੀ ਦਿੱਤੇ ਗਏ ਹਨ। ਪਰ ਜਿਹੜੀ ਚੀਜ਼ ਸਾਨੂੰ ਸਾਰਿਆਂ ਨੂੰ ਪਿੱਛੇ ਨੂੰ ਧੱਕਦੀ ਹੈ ਉਹ ਹੈ ਆਪਣੇ ਆਪ ਬਾਰੇ ਡਾਊਟ। ਟੈਕਨੀਕਲ ਜਾਣਕਾਰੀ ਦੀ ਘਾਟ ਦੇ ਕਾਰਨ ਅਸੀਂ ਪਿੱਛੇ ਨਹੀਂ ਰਹਿੰਦੇ ਬਲਕਿ ਆਤਮ ਵਿਸ਼ਵਾਸ ਯਾਨੀ ਕੌਨਫੀਡੈਂਸ ਦੀ ਘਾਟ ਦੇ ਕਾਰਨ ਪਿੱਛੇ ਰਹਿੰਦੇ ਹਾਂ। ਕਈ ਲੋਕਾਂ 'ਤੇ ਇਸ ਦਾ ਅਸਰ ਜ਼ਿਆਦਾ ਹੁੰਦਾ ਹੈ। ਇੱਕ ਵਾਰ ਅਸੀਂ ਸਕੂਲ ਛੱਡ ਦਿੰਦੇ ਹਾਂ ਤਾਂ ਸਾਰੇ ਇਹ ਵੀ ਜਾਣਦੇ ਹਨ ਕਿ ਕਾਲਜ ਦੀ ਡਿਗਰੀ ਹੋਣ ਜਾਂ ਚੰਗੇ ਨੰਬਰ ਆਉਣ ਦਾ ਕੋਈ ਖਾਸ ਮਹੱਤਵ ਨਹੀਂ ਹੁੰਦਾ। ਵਿਦਿਅਕ ਜਾਂ ਅਕੈਡਮਿਕ ਮਾਹੌਲ ਦੇ ਬਾਹਰ ਅਸਲ ਜ਼ਿੰਦਗੀ ਚੰਗੇ ਨੰਬਰਾਂ ਤੋਂ ਜ਼ਿਆਦਾ ਇੱਕ ਇੰਪੋਰਟੈਂਟ ਚੀਜ਼ ਦੀ ਲੋੜ ਹੁੰਦੀ ਹੈ। ਇਸ ਇੰਪੋਰਟੈਂਟ ਚੀਜ਼ ਨੂੰ ਗਟਸ, ਬਹਾਦਰੀ, ਚਲਾਕੀ, ਹਿੰਮਤ, ਨਿਰੰਤਰਤਾ ਯਾਨੀ ਕਿ ਕੰਸਿਸਟੈਂਸੀ, ਟੈਲੈਂਟ, ਰਿਸਕ ਲੈਣ ਦੀ ਐਬਿਲਿਟੀ ਵਗੈਰਾ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਇਹ ਐਲੀਮੈਂਟ ਜਾਂ ਤੱਤ, ਚਾਹੇ ਇਹਨਾਂ ਨੂੰ ਕਿਸੇ ਵੀ ਨਾਮ ਨਾਲ ਪੁਕਾਰਿਆ ਜਾਵੇ, ਕੁੱਲ ਮਿਲਾ ਕੇ ਸਾਡੇ ਫਿਊਚਰ ਉੱਤੇ ਸਕੂਲ ਵਿੱਚੋਂ ਲਏ ਗਏ ਨੰਬਰਾਂ ਤੋਂ ਕਿਤੇ ਜ਼ਿਆਦਾ ਅਸਰ ਪਾਉਂਦਾ ਹੈ। ਸਾਡੇ ਸਾਰਿਆਂ ਦੇ ਅੰਦਰ ਬਹਾਦਰ, ਟੈਲੈਂਟਡ, ਰਿਸਕ ਲੈਣ ਵਾਲੇ ਗੁਣ ਵੀ ਮੌਜੂਦ ਹੁੰਦੇ ਹਨ ਪਰ ਇਹਨਾਂ ਦਾ ਦੂਜਾ ਪਹਿਲੂ ਵੀ ਹੁੰਦਾ ਹੈ ਜਿਹੜਾ ਗੋਡੇ ਟੇਕਣ ਦੀ ਲੋੜ ਪੈਣ 'ਤੇ ਭੀਖ ਵੀ ਮੰਗ ਸਕਦਾ ਹੈ। ਵੀਅਤਨਾਮ ਵਿਖੇ ਮੈਰੀਨ ਕਾਰਪਸ ਦੇ ਪਾਇਲਟ ਦੇ ਰੂਪ 'ਚ 1 ਸਾਲ ਰਹਿਣ ਤੋਂ ਬਾਅਦ ਮੈਨੂੰ ਆਪਣੇ ਅੰਦਰ ਛੁਪੇ ਇਹਨਾਂ ਦੋਵੇਂ ਗੁਣਾਂ ਬਾਰੇ ਜਾਣਕਾਰੀਆਂ ਮਿਲੀਆਂ। ਦੋਨਾਂ 'ਚੋਂ ਕਿਸੇ ਇੱਕ ਨੂੰ ਵੀ ਮਾੜਾ ਨਹੀਂ ਕਿਹਾ ਜਾ ਸਕਦਾ ਪਰ ਬਤੌਰ ਇੱਕ ਟੀਚਰ ਮੈਂ ਇਹ ਜਾਣਿਆ ਕਿ ਵਿਅਕਤੀ ਦੀ ਪ੍ਰਤਿਭਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਬਹੁਤ ਜ਼ਿਆਦਾ ਡਰ ਤੇ ਆਪਣੇ ਆਪ ਦੀ ਸਮਰੱਥਾ ਬਾਰੇ ਡਾਊਟ। ਇਹ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਕਈ ਵਿਦਿਆਰਥੀ ਜਵਾਬ ਜਾਣਦੇ ਸਨ ਪਰ ਉਹਨਾਂ 'ਚ ਜਵਾਬ ਦੇਣ ਦੀ ਹਿੰਮਤ ਨਹੀਂ ਸੀ। ਅਸਲ ਜ਼ਿੰਦਗੀ 'ਚ ਸਮਾਰਟ ਲੋਕ ਅੱਗੇ ਨਹੀਂ ਵੱਧ ਪਾਉਂਦੇ, ਬਹਾਦਰ ਲੋਕ ਅੱਗੇ ਵੱਧ ਜਾਂਦੇ ਹਨ। ਮੇਰੇ ਪਰਸਨਲ ਐਕਸਪੀਰੀਅੰਸ 'ਚ ਤੁਹਾਡੇ ਫਾਈਨੈਂਸ਼ੀਅਲ ਜੀਨੀਅਸ ਲਈ ਟੈਕਨੀਕਲ ਨੌਲੇਜ ਲੋੜੀਂਦੀ ਹੈ ਅਤੇ ਹਿੰਮਤ ਵੀ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੈ ਤਾਂ ਤੁਹਾਡੀ ਪ੍ਰਤਿਭਾ ਜਾਂ ਟੈਲੈਂਟ ਦਬ ਜਾਂਦਾ ਹੈ। ਮੇਰੀ ਕਲਾਸ ਵਿੱਚ ਮੈਂ ਵਿਦਿਆਰਥੀਆਂ ਨੂੰ ਬਹੁਤ ਇਨਕਰੇਜ ਕਰਦਾ ਹਾਂ ਕਿ ਉਹ ਖਤਰੇ ਲੈਣਾ ਸਿੱਖਣ, ਬਹਾਦਰ ਬਣਨ ਅਤੇ ਆਪਣੇ ਟੈਲੈਂਟ ਦੁਆਰਾ ਆਪਣੇ ਡਰ ਨੂੰ ਤਾਕਤ ਅਤੇ ਹੁਸ਼ਿਆਰੀ 'ਚ ਬਦਲ ਲੈਣ। ਕੁਝ ਲੋਕਾਂ ਲਈ ਇਹ ਸਿਧਾਂਤ ਕੰਮ ਕਰਦਾ ਹੈ ਜਦੋਂ ਕਿ ਕਈਆਂ ਨੂੰ ਇਹ ਡਰਾਉਣਾ ਲੱਗਦਾ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਜ਼ਿਆਦਾਤਰ ਲੋਕ ਪੈਸਿਆਂ ਬਾਰੇ ਬਹੁਤ ਸੁਰੱਖਿਅਤ ਖੇਡ ਖੇਡਣਾ ਪਸੰਦ ਕਰਦੇ ਹਨ। ਮੈਂ ਇਹੋ ਜਿਹੇ ਸਵਾਲ ਵੀ ਸੁਣੇ ਹਨ, ਰਿਸਕ ਕਿਉਂ ਲਿਆ ਜਾਵੇ? ਆਪਣੀ ਫਾਈਨੈਂਸ਼ੀਅਲ IQ ਡਿਵੈਲਪ ਕਰਨ ਦੇ ਝੰਜਟ ਨੂੰ ਕਿਉਂ ਚੁੱਕਿਆ ਜਾਵੇ? ਮੈਂ ਪੈਸੇ ਦੀ ਸਮਝ ਕਿਉਂ ਵਿਕਸਿਤ ਕਰਾਂ? ਅਤੇ ਮੈਂ ਜਵਾਬ ਦਿੰਦਾ ਹਾਂ, ਕੇਵਲ ਇਸ ਲਈ ਤਾਂ ਕਿ ਤੁਹਾਡੇ ਕੋਲ ਜ਼ਿਆਦਾ ਆਪਸ਼ਨ ਹੋਣ। ਸਾਡੇ ਸਾਹਮਣੇ ਬਹੁਤ ਵੱਡੇ ਬਦਲਾਅ ਖੜੇ ਹਨ। ਜਿਸ ਤਰ੍ਹਾਂ ਮੈਂ ਇਸ ਅਧਿਆਏ ਦੇ ਸ਼ੁਰੂ ਵਿੱਚ ਯੰਗ ਇਨਵੈਂਟਰ ਅਲੈਗਜ਼ੈਂਡਰ ਗ੍ਰਾਹਮ ਬੈਲ ਦੀ ਕਹਾਣੀ ਦੱਸੀ ਸੀ, ਅੱਗੇ ਆਉਣ ਵਾਲੇ ਸਾਲਾਂ 'ਚ ਉਹਨਾਂ ਵਾਂਗ ਕਈ ਹੋਰ ਲੋਕ ਹੋਣਗੇ। ਬਿਲ ਗੇਟਸ ਵਾਂਗ ਸੈਂਕੜੇ ਲੋਕ ਹੋਣਗੇ ਅਤੇ ਹਰ ਸਾਲ ਮਾਈਕਰੋਸਾਫਟ ਵਰਗੀਆਂ ਬਹੁਤੀਆਂ ਕੰਪਨੀਆਂ ਸਫਲ ਬਣਨਗੀਆਂ ਅਤੇ ਦਿਵਾਲੀਆਪਣ, ਕੰਪਨੀ ਬੰਦ ਹੋਣ, ਸਟਾਫ ਕੱਢਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਵੀ ਹੋਣਗੀਆਂ। ਤਾਂ ਸਵਾਲ ਇਹ ਹੈ ਕਿ ਤੁਹਾਨੂੰ ਫਾਈਨੈਂਸ਼ੀਅਲ IQ ਡਿਵੈਲਪ ਕਰਨ ਦੇ ਝੰਜਟ 'ਚ ਕਿਉਂ ਪੈਣਾ ਚਾਹੀਦਾ ਹੈ? ਇਸ ਦਾ ਜਵਾਬ ਕੋਈ ਹੋਰ ਨਹੀਂ ਦੇ ਸਕਦਾ, ਤੁਸੀਂ ਆਪ ਹੀ ਦੇ ਸਕਦੇ ਹੋ। ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਇਸ ਤਰ੍ਹਾਂ ਕਿਉਂ ਕਰਦਾ ਹਾਂ। ਮੈਂ ਇੰਜ ਇਸ ਲਈ ਕਰਦਾ ਹਾਂ ਕਿਉਂਕਿ ਅਜੋਕਾ ਯੁੱਗ
ਸਭ ਤੋਂ ਜ਼ਿਆਦਾ ਐਕਸਾਈਟਿੰਗ ਯੁੱਗ ਹੈ। ਮੈਂ ਚਾਹੁੰਦਾ ਹਾਂ ਕਿ ਮੈਂ ਬਦਲਾਅ ਤੋਂ ਡਰਨ ਦੀ ਬਜਾਏ ਉਸ ਦਾ ਸਵਾਗਤ ਕਰ ਸਕਾਂ। ਮੈਂ ਚਾਹੁੰਦਾ ਹਾਂ ਕਿ ਮੈਂ ਲੱਖਾਂ ਕਰੋੜਾਂ ਬਣਾਉਣ ਬਾਰੇ ਐਕਸਾਈਟਡ ਰਹਾਂ, ਨਾ ਕਿ ਸਿਰਫ ਆਪਣੀ ਤਨਖਾਹ ਵਧਾਉਣ ਬਾਰੇ। ਅੱਜ ਦਾ ਯੁੱਗ ਸਭ ਤੋਂ ਜ਼ਿਆਦਾ ਐਕਸਾਈਟਿੰਗ ਯੁੱਗ ਹੈ, ਜਿਹੜਾ ਕਿ ਦੁਨੀਆ ਦੇ ਇਤਿਹਾਸ 'ਚ ਬੜਾ ਅਦਭੁਤ ਹੈ। ਕਈ ਪੀੜ੍ਹੀਆਂ ਤੋਂ ਬਾਅਦ ਲੋਕ ਇਸ ਯੁੱਗ ਨੂੰ ਯਾਦ ਕਰਦਿਆਂ ਇਹ ਕਹਿਣਗੇ ਕਿ ਇਹ ਕਿੰਨਾ ਜ਼ਿਆਦਾ ਐਕਸਾਈਟਡ ਰਿਹਾ ਹੋਵੇਗਾ। ਇਸ ਨੂੰ ਪੁਰਾਣੇ ਦੀ ਮੌਤ ਅਤੇ ਨਵੇਂ ਦੇ ਜਨਮ ਦਾ ਯੁੱਗ ਕਿਹਾ ਜਾਵੇਗਾ। ਇਸ ਯੁੱਗ 'ਚ ਬੜੀ ਉਥਲ-ਪੁਥਲ ਅਤੇ ਐਕਸਾਈਟਮੈਂਟ ਵੀ ਰਹੇਗੀ। ਤਾਂ ਆਪਣੇ ਫਾਈਨੈਂਸ਼ੀਅਲ IQ ਨੂੰ ਵਿਕਸਿਤ ਕਰਨ ਦੇ ਝੰਜਟ ਨੂੰ ਕਿਉਂ ਚੁੱਕਿਆ ਜਾਵੇ, ਕਿਉਂਕਿ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਅਮੀਰ ਹੋ ਜਾਵੋਗੇ, ਅਤੇ ਜੇਕਰ ਤੁਸੀਂ ਇੰਜ ਨਹੀਂ ਕਰਦੇ ਤਾਂ ਅੱਗੇ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਬੜਾ ਡਰਾਉਣਾ ਹੋਵੇਗਾ। ਉਸ ਸਮੇਂ ਅੰਦਰ ਤੁਸੀਂ ਬਹਾਦਰੀ ਨਾਲ ਅੱਗੇ ਵਧਣ ਵਾਲੇ ਲੋਕਾਂ ਨੂੰ ਸਫਲ ਤੇ ਪੁਰਾਣੇ ਸਿਧਾਂਤਾਂ ਨਾਲ ਜਕੜੇ ਹੋਏ ਲੋਕਾਂ ਨੂੰ ਅਸਫਲ ਹੁੰਦਿਆਂ ਦੇਖੋਗੇ। 300 ਸਾਲ ਪਹਿਲਾਂ ਜ਼ਮੀਨ ਹੀ ਸੰਪत्ति ਸੀ, ਇਸ ਲਈ ਜਿਸ ਆਦਮੀ ਕੋਲ ਜ਼ਮੀਨ ਸੀ ਉਸ ਕੋਲ ਬਹੁਤ ਪੈਸਾ ਸੀ। ਫਿਰ ਫੈਕਟਰੀਆਂ ਆਈਆਂ, ਉਤਪਾਦਨ ਸ਼ੁਰੂ ਹੋਇਆ ਤੇ ਅਮਰੀਕਾ ਨੇ ਆਪਣਾ ਦਬਦਬਾ ਬਣਾ ਲਿਆ। ਉਦਯੋਗਪਤੀਆਂ ਕੋਲ ਸੰਪत्ति ਐਸੈਟਸ ਆ ਗਈ। ਅੱਜ ਸੂਚਨਾ ਜਾਂ ਇਨਫੋਰਮੇਸ਼ਨ ਦਾ ਯੁੱਗ ਹੈ, ਇਸ ਲਈ ਜਿਸ ਵਿਅਕਤੀ ਕੋਲ ਜਿੰਨੀ ਜ਼ਿਆਦਾ ਤੇ ਛੇਤੀ ਇਨਫੋਰਮੇਸ਼ਨ ਆ ਜਾਂਦੀ ਹੈ ਉਹ ਅਮੀਰ ਹੋ ਜਾਂਦਾ ਹੈ। ਪ੍ਰੋਬਲਮ ਇਹ ਹੈ ਕਿ ਇਨਫੋਰਮੇਸ਼ਨ ਦੁਨੀਆ ਭਰ ਵਿੱਚ ਪ੍ਰਕਾਸ਼ ਦੀ ਗਤੀ ਨਾਲ ਉੱਡ ਰਹੀ ਹੈ। ਇਸ ਨਵੀਂ ਸੰਪत्ति ਨੂੰ ਸੀਮਾਵਾਂ ਤੇ ਦਾਇਰਿਆਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ, ਜਿਸ ਤਰ੍ਹਾਂ ਜ਼ਮੀਨ ਤੇ ਫੈਕਟਰੀਆਂ ਨੂੰ ਬੰਨ੍ਹਿਆ ਜਾ ਸਕਦਾ ਹੈ। ਬਦਲਾਅ ਜ਼ਿਆਦਾ ਤੇਜ਼ ਤੇ ਹੋਰ ਨਾਟਕੀ ਹੋਣਗੇ। ਨਵੇਂ ਕਰੋੜਪਤੀਆਂ ਦੀ ਗਿਣਤੀ 'ਚ ਜ਼ਬਰਦਸਤ ਵਾਧਾ ਹੋਵੇਗਾ। ਇਹੋ ਜਿਹੇ ਵੀ ਲੋਕ ਹੋਣਗੇ ਜਿਹੜੇ ਪਿੱਛੇ ਰਹਿ ਜਾਣਗੇ। ਅੱਜ ਮੈਂ ਬਹੁਤ ਸਾਰੇ ਲੋਕਾਂ ਨੂੰ ਸਟਰਗਲ ਕਰਦਿਆਂ ਤੇ ਆਮ ਕਰਕੇ ਜ਼ਿਆਦਾ ਕਰੜੀ ਮਿਹਨਤ ਕਰਦੇ ਹੋਏ ਦੇਖਦਾ ਹਾਂ। ਇੰਜ ਇਸ ਲਈ ਹੁੰਦਾ ਹੈ ਕਿਉਂਕਿ ਉਹ ਪੁਰਾਣੇ ਵਿਚਾਰਾਂ ਨੂੰ ਘੁੱਟ ਕੇ ਫੜੀ ਰੱਖਦੇ ਹਨ। ਉਹ ਚਾਹੁੰਦੇ ਹਨ ਕਿ ਚੀਜ਼ਾਂ ਉਹਨਾਂ ਦੇ ਹਿਸਾਬ ਨਾਲ ਹੋਣ। ਉਹ ਪਰਿਵਰਤਨਾਂ ਦਾ ਵਿਰੋਧ ਕਰਦੇ ਹਨ। ਮੈਂ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ ਜਿਨ੍ਹਾਂ ਦੀਆਂ ਨੌਕਰੀਆਂ ਛੁੱਟ ਗਈਆਂ ਹਨ, ਘਰ ਵਿਕ ਗਿਆ ਹੈ, ਤੇ ਇਸ ਲਈ ਉਹ ਦੋਸ਼ ਟੈਕਨੋਲੋਜੀ, ਅਰਥ ਵਿਵਸਥਾ ਜਾਂ ਆਪਣੇ ਬੌਸ ਨੂੰ ਦਿੰਦੇ ਹਨ। ਬਦਕਿਸਮਤੀ ਨਾਲ ਉਹਨਾਂ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਵੀ ਸਮੱਸਿਆ ਦਾ ਕਾਰਨ ਹੋ ਸਕਦੇ ਹਨ। ਪੁਰਾਣੇ ਵਿਚਾਰ ਉਹਨਾਂ ਦੇ ਸਭ ਤੋਂ ਵੱਡੇ ਵਿਰੋਧੀ ਬਣ ਜਾਂਦੇ ਹਨ, ਤੇ ਇਹੋ ਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਜਾਣ ਹੀ ਨਹੀਂ ਪਾਉਂਦੇ ਕਿ ਜਿਹੜੇ ਵਿਚਾਰ ਪੁਰਾਣੇ ਜ਼ਮਾਨੇ ਵਿੱਚ ਸੰਪत्ति ਐਸੈਟ ਸਨ, ਉਹ ਅੱਜ ਇਸ ਲਈ ਨਹੀਂ ਹਨ ਕਿਉਂਕਿ ਜ਼ਮਾਨਾ ਅੱਗੇ ਵੱਧ ਚੁੱਕਿਆ ਹੈ। ਮੈਂ ਇੱਕ ਗੇਮ ਬਣਾਈ ਹੈ ਜਿਸ ਦਾ ਨਾਮ ਹੈ ਕੈਸ਼ ਫਲੋ। ਇੱਕ ਦੁਪਹਿਰ ਮੈਂ ਆਪਣੇ ਵੱਲੋਂ ਇਜਾਦ ਕੀਤੇ ਗਏ ਬੋਰਡ ਗੇਮ ਕੈਸ਼ ਫਲੋ ਤੋਂ ਸਿੱਖਿਆ ਦੇ ਰਿਹਾ ਸੀ। ਮੇਰਾ ਇੱਕ ਦੋਸਤ ਕਿਸੇ ਨੂੰ ਆਪਣੇ ਨਾਲ ਲੈ ਕੇ ਆਇਆ ਤਾਂ ਕਿ ਉਹ ਵੀ ਸਿੱਖ ਸਕੇ। ਮੇਰੇ ਦੋਸਤ ਦੀ ਦੋਸਤ ਦਾ ਹੁਣੇ ਹੀ ਤਲਾਕ ਹੋਇਆ ਸੀ। ਤਲਾਕ ਦੇ ਮੁਕੱਦਮੇ 'ਚ ਉਸ ਨੂੰ ਬਹੁਤ ਫਾਈਨੈਂਸ਼ੀਅਲ ਲਾਸ ਹੋਇਆ ਸੀ ਅਤੇ ਉਹ ਹੁਣ ਕੁਝ ਹੱਲ ਲੱਭ ਰਹੀ ਸੀ। ਉਸ ਦੇ ਮਿੱਤਰ ਨੂੰ ਲੱਗਿਆ ਕਿ ਸ਼ਾਇਦ ਇਸ ਖੇਡ ਤੋਂ ਉਸ ਨੂੰ ਕੁਝ ਸਿੱਖਣ ਨੂੰ ਮਿਲੇਗਾ। ਇਸ ਖੇਡ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਤਾਂ ਕਿ ਲੋਕ ਇਹ ਸਿੱਖ ਸਕਣ ਕਿ ਪੈਸਾ ਕਿਵੇਂ ਕੰਮ ਕਰਦਾ ਹੈ। ਖੇਡਣ ਦੌਰਾਨ ਉਹ ਇਨਕਮ ਸਟੇਟਮੈਂਟ ਤੇ ਬੈਲੈਂਸ ਸ਼ੀਟ ਦੇ ਆਪਸੀ ਸਬੰਧ ਬਾਰੇ ਸਿੱਖਦੇ ਹਨ। ਉਹ ਸਿੱਖਦੇ ਹਨ ਕਿ ਕਿਵੇਂ ਲੋਕਾਂ ਦੇ ਵਿਚਕਾਰ ਕੈਸ਼ ਦਾ ਫਲੋ ਹੁੰਦਾ ਹੈ ਅਤੇ ਕਿਵੇਂ ਪੈਸੇ ਦੀ ਰਾਹ 'ਚ ਤੁਹਾਨੂੰ ਆਪਣੀ ਸੰਪत्ति ਐਸੈਟਸ ਵਾਲੇ ਕਾਲਮ 'ਚੋਂ ਨਿਕਲਣ ਵਾਲੇ ਮੰਥਲੀ ਕੈਸ਼ ਫਲੋ ਨੂੰ ਵਧਾਉਣਾ ਹੁੰਦਾ ਹੈ ਤਾਂ ਜੋ ਇਹ ਤੁਹਾਡੇ ਮੰਥਲੀ ਖਰਚ ਤੋਂ ਜ਼ਿਆਦਾ ਹੋ ਜਾਵੇ। ਇੱਕ ਵਾਰ ਤੁਸੀਂ ਇਸ ਨੂੰ ਹੱਲ ਕਰ ਲੈਂਦੇ ਹੋ ਤਾਂ ਤੁਸੀਂ ਰੈਟ ਰੇਸ ਯਾਨੀ ਚੂਹਾ ਦੌੜ ਤੋਂ ਬਾਹਰ ਨਿਕਲ ਸਕਦੇ ਹੋ ਤੇ ਤੇਜ਼ ਰਾਹ ਉੱਤੇ ਚੱਲ ਪੈਂਦੇ ਹੋ। ਜਿਵੇਂ ਮੈਂ ਕਿਹਾ ਕਿ ਕੁਝ ਲੋਕ ਇਸ ਗੇਮ ਨੂੰ ਨਫ਼ਰਤ ਕਰਦੇ ਹਨ, ਕੁਝ ਇਸ ਨੂੰ ਪਸੰਦ ਕਰਦੇ ਹਨ ਅਤੇ ਕੁਝ ਲੋਕ ਇਸ ਦਾ ਮਤਲਬ ਹੀ ਨਹੀਂ ਸਮਝ ਪਾਉਂਦੇ। ਉਸ ਔਰਤ ਨੇ ਸਿੱਖਣ ਦਾ ਬਹੁਤ ਸੁਨਹਿਰਾ ਮੌਕਾ ਗਵਾ ਦਿੱਤਾ। ਇਸ ਗੇਮ ਨੂੰ ਬੇਸਿਕਲੀ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਅਸੀਂ ਰੀਅਲ ਲਾਈਫ ਦੇ ਡਿਸੀਜ਼ਨਸ ਨੂੰ ਦੇਖ ਸਕੀਏ ਕਿ ਕਿਵੇਂ ਉਹ ਡਿਸੀਜ਼ਨ ਸਾਡੀ ਜ਼ਿੰਦਗੀ ਨੂੰ ਇਫੈਕਟ ਕਰਦੇ ਹਨ। ਤਾਂ ਹੋਇਆ ਇਹ ਕਿ ਉਸ ਔਰਤ ਨੂੰ ਗੇਮ ਦੇ ਪਹਿਲੇ ਰਾਊਂਡ ਵਿੱਚ ਹੀ ਇੱਕ ਡੂ ਡੈਡ ਮਿਲਿਆ, ਯਾਨੀ ਉਸਨੇ ਇੱਕ ਕਾਰਡ ਖਿੱਚਿਆ ਤਾਂ ਉਸਨੂੰ ਉਸ ਵਿੱਚ ਇੱਕ ਕਿਸ਼ਤੀ ਮਿਲੀ। ਹੁਣ ਇੱਥੇ ਡੂ ਡੈਡ ਦਾ ਮਤਲਬ ਹੈ ਕਿ ਕੋਈ ਐਸੀ ਚੀਜ਼ ਜਿਹੜੀ ਲਾਇਬਿਲਿਟੀ ਹੈ। ਜਿਵੇਂ ਇਸ ਲੇਡੀ ਦੇ ਕੇਸ ਵਿੱਚ ਉਸਨੂੰ ਕਾਰਡ ਖਿੱਚਣ ਤੇ ਕਿਸ਼ਤੀ ਮਿਲੀ ਤਾਂ ਇਹ ਉਸਦੀ ਲਾਇਬਿਲਿਟੀ ਸੀ, ਨਾ ਕਿ ਐਸਿਡ। ਇਸ ਨਾਲ ਪਹਿਲਾਂ ਤਾਂ ਉਹ ਖੁਸ਼ ਹੋਈ ਕਿ ਵਾਹ, ਮੇਰੇ ਕੋਲ ਤਾਂ ਇੱਕ ਕਿਸ਼ਤੀ ਹੈ। ਪਰ ਫਿਰ ਜਦੋਂ ਉਸਦੇ ਦੋਸਤ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਕਿਸ਼ਤੀ ਜਾਂ ਬੋਟ ਉਸਦੇ ਇਨਕਮ ਸਟੇਟਮੈਂਟ ਅਤੇ ਬੈਲੈਂਸ ਸ਼ੀਟ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਉਹ ਨਾਰਾਜ਼ ਹੋ ਗਈ ਕਿਉਂਕਿ ਉਸਨੂੰ ਮੈਥਸ ਬਿਲਕੁਲ ਪਸੰਦ ਨਹੀਂ ਸੀ। ਜਦੋਂ ਉਸਦਾ ਦੋਸਤ ਇਨਕਮ ਸਟੇਟਮੈਂਟ, ਬੈਲੈਂਸ ਸ਼ੀਟ ਅਤੇ ਮੰਥਲੀ ਕੈਸ਼ ਫਲੋ ਦੇ ਬਾਰੇ ਉਸਨੂੰ ਸਮਝਾ ਰਿਹਾ ਸੀ ਤਾਂ ਬਾਕੀ ਦੇ ਪਲੇਅਰ ਸ਼ਾਂਤੀ ਨਾਲ ਬੈਠੇ ਉਡੀਕ ਕਰ ਰਹੇ ਸਨ। ਅੰਤ ਵਿੱਚ ਜਦੋਂ ਉਸਨੇ ਇਹ ਜਾਣ ਲਿਆ ਕਿ ਨੰਬਰ ਅਤੇ ਫਿਗਰ ਕਿਸ ਤਰ੍ਹਾਂ ਕੰਮ ਕਰਦੇ ਹਨ ਤਾਂ ਉਸਨੂੰ ਇਹ ਜਾਣ ਕੇ ਝਟਕਾ ਲੱਗਿਆ ਕਿ ਉਸਦੀ ਕਿਸ਼ਤੀ ਉਸਨੂੰ ਜਿਉਂਦੇ ਜੀ ਮਾਰ ਰਹੀ ਹੈ। ਬਾਅਦ ਵਿੱਚ ਗੇਮ 'ਚ ਉਸਨੂੰ ਹੋਰ ਡੂ ਡੈਡ ਮਿਲੇ। ਉਸਨੇ ਗੇਮ ਵਿੱਚ ਕੋਈ ਵੀ ਐਸਿਡ ਨਹੀਂ ਬਣਾਇਆ, ਜਿਸ ਦੇ ਕਾਰਨ ਉਹ ਗੇਮ ਹਾਰ ਗਈ। ਕਲਾਸ ਤੋਂ ਬਾਅਦ ਉਸਦਾ ਇੱਕ ਦੋਸਤ ਆਇਆ ਅਤੇ ਉਸਨੇ ਦੱਸਿਆ ਕਿ ਉਹ ਬਹੁਤ ਬੇਚੈਨ ਹੈ। ਉਹ ਕਲਾਸ 'ਚ ਇਨਵੈਸਟਮੈਂਟ ਦੇ ਬਾਰੇ ਸਿੱਖਣ ਲਈ ਆਈ ਸੀ ਅਤੇ ਉਸਨੂੰ ਇਹ ਬਹੁਤ ਮੂਰਖਤਾਪੂਰਨ ਲੱਗ ਰਿਹਾ ਸੀ ਕਿ ਇੰਨੀ ਬੇਕਾਰ ਗੇਮ ਨੂੰ ਖੇਡਣ 'ਚ ਉਸਨੇ ਇੰਨਾ ਜ਼ਿਆਦਾ ਸਮਾਂ ਬਰਬਾਦ ਕੀਤਾ।
ਉਸਦੇ ਦੋਸਤ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਅੰਦਰ ਝਾਕ ਕੇ ਦੇਖੇ ਕਿ ਇਹ ਗੇਮ ਉਸਦੇ ਕਿਸੇ ਅੰਦਰੂਨੀ ਪਹਿਲੂ ਨੂੰ ਉਜਾਗਰ ਕਰ ਰਹੀ ਸੀ। ਉਸ ਤੋਂ ਬਾਅਦ ਉਸ ਔਰਤ ਨੇ ਆਪਣਾ ਪੈਸਾ ਵਾਪਸ ਮੰਗਿਆ। ਉਸਦਾ ਪੈਸਾ ਤੁਰੰਤ ਵਾਪਸ ਕਰ ਦਿੱਤਾ ਗਿਆ ਅਤੇ ਉਹ ਚਲੀ ਗਈ। 1984 ਤੋਂ ਮੈਂ ਕਰੋੜਾਂ ਕਮਾ ਰਿਹਾ ਹਾਂ ਤੇ ਕੇਵਲ ਇਸ ਵਾਸਤੇ ਕਮਾ ਰਿਹਾ ਹਾਂ ਕਿਉਂਕਿ ਸਕੂਲ ਸਿਸਟਮ ਉਹ ਨਹੀਂ ਸਿਖਾਉਂਦਾ ਜਿਹੜਾ ਮੈਂ ਸਿਖਾ ਰਿਹਾ ਹਾਂ। ਸਕੂਲ ਵਿੱਚ ਜ਼ਿਆਦਾਤਰ ਟੀਚਰ ਲੈਕਚਰ ਦਿੰਦੇ ਹਨ। ਆਪਣੇ ਵਿਦਿਆਰਥੀ ਜੀਵਨ ਵਿੱਚ ਮੈਨੂੰ ਲੈਕਚਰਾਂ ਤੋਂ ਚਿੜ ਸੀ। ਮੈਂ ਬਹੁਤ ਛੇਤੀ ਬੋਰ ਹੋ ਜਾਂਦਾ ਤੇ ਮੇਰਾ ਦਿਮਾਗ ਇੱਧਰ ਉੱਧਰ ਭਟਕਣ ਲੱਗਦਾ ਸੀ। 1984 'ਚ ਮੈਂ ਖੇਡ ਵਿੱਚ ਸਿੱਖਿਆ ਦੇਣਾ ਸ਼ੁਰੂ ਕੀਤਾ। ਮੈਂ ਨੌਜਵਾਨ ਵਿਦਿਆਰਥੀਆਂ ਨੂੰ ਇਨਕਰੇਜ ਕੀਤਾ ਕਿ ਉਹ ਇਹਨਾਂ ਖੇਡਾਂ ਨੂੰ ਗਿਆਨ ਵਧਾਉਣ ਦੇ ਇਸ ਪਹਿਲੂ ਨਾਲ ਦੇਖਣ ਕਿ ਉਹ ਕੀ ਜਾਣਦੇ ਹਨ ਅਤੇ ਉਹਨਾਂ ਨੂੰ ਕੀ ਸਿੱਖਣਾ ਚਾਹੀਦਾ ਹੈ। ਸਾਰਿਆਂ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਇਸ ਖੇਡ ਨਾਲ ਵਿਅਕਤੀ ਦੇ ਬਿਹੇਵੀਅਰ ਬਾਰੇ ਵੀ ਪਤਾ ਲੱਗਦਾ ਹੈ। ਇਹ ਇੱਕ ਇਨਸਟੈਂਟ ਫੀਡਬੈਕ ਸਿਸਟਮ ਵੀ ਹੈ। ਟੀਚਰ ਲੈਕਚਰ ਦੇਵੇ ਇਸ ਦੀ ਬਜਾਏ ਖੇਡ ਇੱਕ ਪਰਸਨਲ ਲੈਕਚਰ ਬਣ ਜਾਂਦਾ ਹੈ ਜਿਹੜਾ ਤੁਹਾਡੇ ਲਈ ਹੀ ਬਣਾਇਆ ਗਿਆ ਹੈ। ਉਸ ਇਸਤਰੀ ਦੇ ਦੋਸਤ ਨੇ ਬਾਅਦ ਵਿੱਚ ਮੈਨੂੰ ਪੂਰੀ ਗੱਲ ਦੱਸਣ ਲਈ ਫੋਨ ਕੀਤਾ। ਉਸਨੇ ਕਿਹਾ ਕਿ ਉਸਦੀ ਮਿੱਤਰ ਹੁਣ ਸ਼ਾਂਤ ਹੈ। ਸ਼ਾਂਤ ਹੋਣ ਤੋਂ ਬਾਅਦ ਉਸਨੇ ਖੇਡ ਤੇ ਆਪਣੇ ਜੀਵਨ ਦੇ ਵਿਚਕਾਰ ਕੁਝ ਆਪਸੀ ਸੰਬੰਧ ਵੀ ਮਹਿਸੂਸ ਕੀਤੇ ਹਨ। ਹਾਲਾਂਕਿ ਉਸ ਕੋਲ ਅਤੇ ਉਸਦੇ ਪਤੀ ਕੋਲ ਅਸਲੀ ਜ਼ਿੰਦਗੀ 'ਚ ਕੋਈ ਕਿਸ਼ਤੀ ਨਹੀਂ ਸੀ, ਪਰ ਉਸਦੇ ਕੋਲ ਬਾਕੀ ਸਾਰੀਆਂ ਚੀਜ਼ਾਂ ਸਨ। ਉਹ ਆਪਣੇ ਤਲਾਕ ਤੋਂ ਬਾਅਦ ਬੜੀ ਨਾਰਾਜ਼ ਸੀ। ਉਸਦਾ ਪਤੀ ਇੱਕ ਘੱਟ ਉਮਰ ਦੀ ਔਰਤ ਨਾਲ ਦੌੜ ਗਿਆ ਅਤੇ 20 ਸਾਲਾਂ ਦੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ ਉਹਨਾਂ ਕੋਲ ਦੌਲਤ ਦੇ ਨਾਂ ਉੱਤੇ ਬਹੁਤ ਘੱਟ ਸਮਾਨ ਸੀ। ਉਹਨਾਂ ਦੇ ਵਿਚਕਾਰ ਵੰਡਣ ਲਈ ਤਕਰੀਬਨ ਕੁਝ ਵੀ ਨਹੀਂ ਸੀ। 20 ਸਾਲਾਂ ਦੀ ਵਿਆਹੁਤਾ ਜ਼ਿੰਦਗੀ 'ਚ ਉਹਨਾਂ ਨੇ ਬੜੇ ਮਜ਼ੇ ਲਏ ਸਨ, ਪਰ ਉਹਨਾਂ ਨੇ ਕੇਵਲ ਡੂ ਡੈਡ ਯਾਨੀ ਕਿ ਲਾਇਬਿਲਟੀਜ਼ ਹੀ ਇਕੱਠੀਆਂ ਕੀਤੀਆਂ ਸਨ ਅਤੇ ਉਹਨਾਂ ਕੋਲ ਕੋਈ ਐਸੈਟ ਨਹੀਂ ਸੀ। ਉਸਨੇ ਇਹ ਵੀ ਮਹਿਸੂਸ ਕੀਤਾ ਕਿ ਆંકੜਿਆਂ ਤੇ ਉਸਦਾ ਗੁੱਸਾ ਇਨਕਮ ਸਟੇਟਮੈਂਟ ਉੱਤੇ, ਬੈਲੈਂਸ ਸ਼ੀਟ ਉੱਤੇ ਇਸ ਵਾਸਤੇ ਸੀ ਕਿਉਂਕਿ ਉਹ ਉਹਨਾਂ ਨੂੰ ਸਮਝ ਨਹੀਂ ਸੀ ਪਾ ਰਹੀ। ਉਸਦਾ ਇਹ ਮੰਨਣਾ ਸੀ ਕਿ ਪੈਸੇ ਧੇਲੇ ਦਾ ਹਿਸਾਬ ਕਿਤਾਬ ਰੱਖਣਾ ਆਦਮੀਆਂ ਦਾ ਕੰਮ ਹੈ। ਉਹ ਘਰ ਨੂੰ ਸੰਭਾਲਦੀ ਸੀ ਤੇ ਉਸਦਾ ਪਤੀ ਪੈਸਿਆਂ ਨੂੰ। ਉਸਨੂੰ ਇਹ ਪੱਕਾ ਯਕੀਨ ਹੋ ਗਿਆ ਸੀ ਕਿ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਦੇ ਅਖੀਰਲੇ 5 ਸਾਲਾਂ ਦੌਰਾਨ ਉਸਦੇ ਪਤੀ ਨੇ ਉਸ ਤੋਂ ਪੈਸੇ ਛੁਪਾਏ ਸਨ। ਉਹ ਇਸ ਗੱਲ ਤੇ ਆਪਣੇ ਆਪ ਤੋਂ ਨਾਰਾਜ਼ ਸੀ ਕਿ ਉਸਨੂੰ ਇਹ ਪਤਾ ਹੀ ਨਹੀਂ ਚੱਲਿਆ ਕਿ ਪੈਸਾ ਕਿੱਥੇ ਗਿਆ ਤੇ ਇਹ ਵੀ ਪਤਾ ਨਹੀਂ ਚੱਲ ਸਕਿਆ ਕਿ ਉਸਦਾ ਕਿਸੇ ਦੂਜੀ ਔਰਤ ਨਾਲ ਸੰਬੰਧ ਬਣ ਚੁੱਕਿਆ ਹੈ। ਬੋਰਡ ਗੇਮ ਵਾਂਗ ਦੁਨੀਆ ਵੀ ਇਨਸਟੈਂਟ ਫੀਡਬੈਕ ਦਿੰਦੀ ਹੈ। ਜੇਕਰ ਅਸੀਂ ਜ਼ਿਆਦਾ ਧਿਆਨ ਦੇਈਏ ਤਾਂ ਅਸੀਂ ਜ਼ਿਆਦਾ ਸਿੱਖ ਸਕਦੇ ਹਾਂ। ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਧੋਬੀ ਨੇ ਮੇਰੀ ਪੈਂਟ ਨੂੰ ਸ਼ਰਿੰਕ ਕਰ ਦਿੱਤਾ ਹੈ। ਮੇਰੀ ਪਤਨੀ ਹੌਲੀ ਦੇ ਕੇ ਮੁਸਕਰਾਈ ਤੇ ਉਸਨੇ ਮੇਰੇ ਢਿੱਡ ਵਿੱਚ ਉਂਗਲੀ ਖੁਬੋ ਕੇ ਮੈਨੂੰ ਦੱਸਿਆ ਕਿ ਪੈਂਟ ਨਹੀਂ ਸੁੰਗੜੀ ਬਲਕਿ ਕੋਈ ਹੋਰ ਚੀਜ਼ ਫੈਲ ਗਈ ਹੈ, ਯਾਨੀ ਕਿ ਮੇਰਾ ਪੇਟ। ਕੈਸ਼ ਫਲੋ ਨਾਮ ਦੀ ਇਹ ਗੇਮ ਹਰ ਖਿਡਾਰੀ ਨੂੰ ਪਰਸਨਲ ਫੀਡਬੈਕ ਦੇਣ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਹੈ। ਇਸ ਦਾ ਟੀਚਾ ਤੁਹਾਨੂੰ ਵਿਕਲਪ ਦੇਣਾ ਹੈ। ਜੇਕਰ ਤੁਸੀਂ ਕਿਸ਼ਤੀ ਵਾਲਾ ਕਾਰਡ ਕੱਢਦੇ ਹੋ ਤਾਂ ਇਹ ਤੁਹਾਨੂੰ ਕਰਜ਼ ਵਿੱਚ ਪਾ ਦਿੰਦਾ ਹੈ। ਤਾਂ ਇਹ ਸਵਾਲ ਉੱਠਦਾ ਹੈ ਕਿ ਹੁਣ ਤੁਸੀਂ ਕੀ ਕਰ ਸਕਦੇ ਹੋ? ਤੁਹਾਡੇ ਕੋਲ ਕਿੰਨੇ ਫਾਈਨੈਂਸ਼ੀਅਲ ਆਪਸ਼ਨ ਮੌਜੂਦ ਹਨ? ਇਹੀ ਖੇਡ ਦਾ ਨਿਸ਼ਾਨਾ ਹੈ। ਖਿਡਾਰੀਆਂ ਨੂੰ ਸੋਚਣਾ ਸਿਖਾਉਣਾ ਤਾਂ ਕਿ ਉਹ ਨਵੇਂ ਤੇ ਬਹੁਤ ਸਾਰੇ ਫਾਈਨੈਂਸ਼ੀਅਲ ਆਪਸ਼ਨਸ ਬਣਾ ਸਕਣ। ਮੈਂ 1000 ਤੋਂ ਵੱਧ ਲੋਕਾਂ ਨੂੰ ਇਹ ਗੇਮ ਖੇਡਦੇ ਦੇਖਿਆ ਹੈ। ਉਹ ਲੋਕ ਜਿਹੜੇ ਕਿ ਇਸ ਗੇਮ ਦੀ ਰੈਟ ਰੇਸ ਯਾਨੀ ਕਿ ਚੂਹਾ ਦੌੜ ਤੋਂ ਸਭ ਤੋਂ ਛੇਤੀ ਨਿਕਲ ਜਾਂਦੇ ਹਨ। ਉਹਨਾਂ ਨੂੰ ਗਿਣਤੀ ਦੀ ਸਮਝ ਹੁੰਦੀ ਹੈ ਤੇ ਉਹਨਾਂ ਦੇ ਕੋਲ ਕ੍ਰੀਏਟਿਵ ਫਾਈਨੈਂਸ਼ੀਅਲ ਦਿਮਾਗ ਹੁੰਦਾ ਹੈ। ਬੜੇ ਸਾਰੇ ਫਾਈਨੈਂਸ਼ੀਅਲ ਆਪਸ਼ਨਸ ਨੂੰ ਦੇਖ ਸਕਦੇ ਹਨ। ਜਿਨ੍ਹਾਂ ਲੋਕਾਂ ਨੂੰ ਸਾਰਿਆਂ ਤੋਂ ਵੱਧ ਸਮਾਂ ਲੱਗਦਾ ਹੈ ਉਹ ਇਹੋ ਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਗਿਣਤੀ ਦੀ ਸਮਝ ਹੀ ਨਹੀਂ ਹੁੰਦੀ ਤੇ ਆਮ ਕਰਕੇ ਉਹਨਾਂ ਨੂੰ ਨਿਵੇਸ਼ ਦੀ ਤਾਕਤ ਦਾ ਅਹਿਸਾਸ ਵੀ ਨਹੀਂ ਹੁੰਦਾ। ਅਮੀਰ ਲੋਕ ਆਮ ਤੌਰ ਤੇ ਕ੍ਰੀਏਟਿਵ ਹੁੰਦੇ ਹਨ ਤੇ ਉਹ ਸੋਚ ਵਿਚਾਰ ਕੇ ਰਿਸਕ ਲੈਂਦੇ ਹਨ। ਕੈਸ਼ ਫਲੋ ਖੇਡਣ ਵਾਲੇ ਕਈ ਇਹੋ ਜਿਹੇ ਵੀ ਲੋਕ ਹੁੰਦੇ ਹਨ ਜਿਹੜੇ ਇਸ ਗੇਮ 'ਚ ਬੜਾ ਪੈਸਾ ਤਾਂ ਕਮਾ ਲੈਂਦੇ ਹਨ, ਪਰ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਪੈਸੇ ਨਾਲ ਕੀ ਕਰਨ। ਉਹਨਾਂ ਵਿੱਚੋਂ ਜ਼ਿਆਦਾਤਰ ਅਸਲ ਜ਼ਿੰਦਗੀ ਵਿੱਚ ਵੀ ਆਰਥਿਕ ਤੌਰ ਤੇ ਸਫਲ ਨਹੀਂ ਹੁੰਦੇ। ਹਰ ਕੋਈ ਉਹਨਾਂ ਤੋਂ ਅੱਗੇ ਨਿਕਲ ਜਾਂਦਾ ਹੈ ਇਸ ਫੈਕਟ ਦੇ ਬਾਵਜੂਦ ਕਿ ਉਹਨਾਂ ਕੋਲ ਪੈਸਾ ਹੁੰਦਾ ਹੈ ਤੇ ਇਹ ਅਸਲ ਜ਼ਿੰਦਗੀ ਵਿੱਚ ਵੀ ਹੁੰਦਾ ਹੈ। ਇਹੋ ਜਿਹੇ ਬੜੇ ਲੋਕ ਹਨ ਜਿਨ੍ਹਾਂ ਕੋਲ ਪੈਸਾ ਤਾਂ ਬਹੁਤ ਹੁੰਦਾ ਹੈ ਪਰ ਫਿਰ ਵੀ ਉਹ ਆਰਥਿਕ ਰੂਪ ਤੋਂ ਅੱਗੇ ਨਹੀਂ ਵੱਧ ਪਾਉਂਦੇ। ਆਪਣੇ ਆਪਸ਼ਨਸ ਨੂੰ ਸੀਮਤ ਕਰ ਲੈਣਾ ਪੁਰਾਣੇ ਵਿਚਾਰਾਂ ਨਾਲ ਚਿਪਕੇ ਰਹਿਣ ਵਾਂਗ ਹੈ। ਹਾਈ ਸਕੂਲ ਦੇ ਸਮੇਂ ਦਾ ਮੇਰਾ ਇੱਕ ਦੋਸਤ ਹੁਣ 3 ਨੌਕਰੀਆਂ ਕਰ ਰਿਹਾ ਹੈ। 20 ਸਾਲ ਪਹਿਲਾਂ ਉਹ ਮੇਰੇ ਸਾਰੇ ਕਲਾਸ ਫੈਲੋਜ਼ ਵਿੱਚੋਂ ਸਭ ਤੋਂ ਅਮੀਰ ਹੋਇਆ ਕਰਦਾ ਸੀ। ਜਦੋਂ ਸਥਾਨੀ ਸ਼ੂਗਰ ਪਲਾਂਟੇਸ਼ਨ ਬੰਦ ਹੋਇਆ ਤਾਂ ਉਹ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਵੀ ਬੰਦ ਹੋ ਗਈ। ਉਸਦੇ ਦਿਮਾਗ ਵਿੱਚ ਇੱਕ ਆਪਸ਼ਨ ਸੀ ਤੇ ਉਹ ਪੁਰਾਣਾ ਆਪਸ਼ਨ ਸੀ, ਕਰੜੀ ਮਿਹਨਤ ਕਰੋ। ਸਮੱਸਿਆ ਇਹ ਸੀ ਕਿ ਉਸਨੂੰ ਕੋਈ ਬਰਾਬਰ ਦੀ ਨੌਕਰੀ ਨਹੀਂ ਸੀ ਮਿਲ ਪਾਈ ਜਿਹੜੀ ਉਸਦੀ ਪੁਰਾਣੀ ਕੰਪਨੀ ਦੀ ਸੀਨੀਅਰਿਟੀ ਨੂੰ ਮੰਨੇ। ਇਸ ਦਾ ਨਤੀਜਾ ਇਹ ਹੋਇਆ ਕਿ ਉਹ ਹੁਣ ਵੀ ਜਿਹੜਾ ਕੰਮ ਕਰ ਰਿਹਾ ਹੈ ਉਹ ਉਸਦੀ ਯੋਗਤਾ ਤੋਂ ਬਹੁਤ ਹੇਠਾਂ ਦਾ ਕੰਮ ਹੈ।
ਇਸ ਕਰਕੇ ਉਸ ਦੀ ਤਨਖਾਹ ਵੀ ਘੱਟ ਹੈ। ਉਸ ਨੂੰ ਜਿੰਦਾ ਰਹਿਣ ਲਈ ਪੈਸੇ ਚਾਹੀਦੇ ਹਨ ਤੇ ਉਨੇ ਪੈਸੇ ਕਮਾਉਣ ਖਾਤਰ ਉਸ ਨੂੰ 3 ਨੌਕਰੀਆਂ ਕਰਨੀਆਂ ਪੈ ਰਹੀਆਂ ਹਨ। ਮੈਂ ਕੈਸ਼ ਫਲੋ ਖੇਡਣ ਵਾਲੇ ਲੋਕਾਂ ਨੂੰ ਇਹ ਸ਼ਿਕਾਇਤ ਕਰਦੇ ਸੁਣਿਆ ਹੈ ਕਿ ਠੀਕ ਮੌਕਾ ਦੇਣ ਵਾਲੇ ਕਾਰਡ ਉਹਨਾਂ ਦੇ ਕੋਲ ਨਹੀਂ ਆਉਂਦੇ, ਇਸ ਲਈ ਉਹ ਉੱਥੇ ਦੇ ਉੱਥੇ ਬੈਠੇ ਰਹਿੰਦੇ ਹਨ। ਮੈਂ ਇਹੋ ਜਿਹੇ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਅਸਲ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਹੀ ਕਰਦੇ ਹਨ। ਉਹ ਬੈਠ ਕੇ ਠੀਕ ਮੌਕਾ ਆਉਣ ਦਾ ਇੰਤਜ਼ਾਰ ਕਰਦੇ ਹਨ। ਮੈਂ ਲੋਕਾਂ ਨੂੰ ਸਹੀ ਠੀਕ ਮੌਕੇ ਵਾਲੇ ਕਾਰਡ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਹੈ ਅਤੇ ਫਿਰ ਉਹਨਾਂ ਦੇ ਕੋਲ ਪੂਰਾ ਪੈਸਾ ਵੀ ਨਹੀਂ ਹੁੰਦਾ। ਫਿਰ ਉਹ ਇਹ ਸ਼ਿਕਾਇਤ ਕਰਦੇ ਹਨ ਕਿ ਜੇਕਰ ਉਹਨਾਂ ਦੇ ਕੋਲ ਜ਼ਿਆਦਾ ਪੈਸਾ ਹੁੰਦਾ ਤਾਂ ਉਹ ਰੈਟ ਰੇਸ ਯਾਨੀ ਕਿ ਚੂਹਾ ਦੌੜ ਤੋਂ ਬਾਹਰ ਨਿਕਲ ਸਕਦੇ ਸਨ, ਇਸ ਲਈ ਉਹ ਉੱਥੇ ਦੇ ਉੱਥੇ ਹੀ ਬੈਠੇ ਰਹਿੰਦੇ ਹਨ। ਮੈਂ ਅਸਲ ਜ਼ਿੰਦਗੀ ਵਿੱਚ ਵੀ ਇਹੋ ਜਿਹੇ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਇੰਝ ਹੀ ਕਰਦੇ ਹਨ। ਉਹ ਗੋਲਡਨ ਅਪੋਰਚੁਨਿਟੀ ਯਾਨੀ ਮਹਾਨ ਅਵਸਰ ਨੂੰ ਦੇਖਦੇ ਹਨ, ਪਰ ਉਸ ਵੇਲੇ ਉਹਨਾਂ ਦੇ ਕੋਲ ਪੈਸਾ ਨਹੀਂ ਹੁੰਦਾ ਅਤੇ ਮੈਂ ਦੇਖਦਾ ਹਾਂ ਕਿ ਲੋਕ ਇੱਕ ਗੋਲਡਨ ਅਪੋਰਚੁਨਿਟੀ ਵਾਲੇ ਕਾਰਡ ਨੂੰ ਖਿੱਚਦੇ ਹਨ, ਉਸ ਨੂੰ ਜ਼ੋਰ ਦੇ ਕੇ ਪੜ੍ਹਦੇ ਹਨ ਅਤੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਹ ਇੱਕ ਗੋਲਡਨ ਅਪੋਰਚੁਨਿਟੀ ਹੈ। ਉਹਨਾਂ ਦੇ ਕੋਲ ਪੈਸਾ ਵੀ ਹੁੰਦਾ ਹੈ, ਸਮਾਂ ਵੀ ਹੁੰਦਾ ਹੈ, ਕਾਰਡ ਵੀ ਹੁੰਦਾ ਹੈ, ਪਰ ਉਹ ਅਪੋਰਚੁਨਿਟੀ ਨੂੰ ਦੇਖ ਨਹੀਂ ਪਾਉਂਦੇ। ਉਹ ਇਹ ਦੇਖਣ 'ਚ ਵੀ ਅਸਫਲ ਹੋ ਜਾਂਦੇ ਹਨ ਕਿ ਚੂਹਾ ਦੌੜ ਤੋਂ ਬਚ ਨਿਕਲਣ ਵਾਸਤੇ ਇਹ ਕਿਵੇਂ ਉਹਨਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਫਿੱਟ ਹੁੰਦਾ ਹੈ। ਤੇ ਮੇਰੀ ਰਾਏ 'ਚ ਇਸ ਤਰ੍ਹਾਂ ਦੇ ਲੋਕ ਦੂਜੇ ਸਾਰੇ ਤਰ੍ਹਾਂ ਦੇ ਲੋਕਾਂ ਨਾਲੋਂ ਜ਼ਿਆਦਾ ਗਿਣਤੀ 'ਚ ਹੁੰਦੇ ਹਨ। ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਸੁਨਹਿਰੀ ਮੌਕਾ ਉਹਨਾਂ ਦੇ ਸਾਹਮਣੇ ਪਿਆ ਹੋਇਆ ਮਿਲਦਾ ਹੈ, ਪਰ ਉਹ ਇਸ ਮੌਕੇ ਨੂੰ ਦੇਖ ਹੀ ਨਹੀਂ ਪਾਉਂਦੇ। 1 ਸਾਲ ਬਾਅਦ ਉਹਨਾਂ ਨੂੰ ਇਸ ਦਾ ਪਤਾ ਲੱਗਦਾ ਹੈ, ਜਦੋਂ ਤੱਕ ਬਾਕੀ ਦੇ ਸਾਰੇ ਲੋਕ ਅਮੀਰ ਬਣ ਜਾਂਦੇ ਹਨ। ਫਾਈਨੈਂਸ਼ੀਅਲ ਇੰਟੈਲੀਜੈਂਸ ਦਾ ਮਤਲਬ ਹੈ ਜ਼ਿਆਦਾ ਆਪਸ਼ਨ ਹੋਣਾ। ਸਵਾਲ ਇਹ ਹੈ ਕਿ ਜੇਕਰ ਮੌਕੇ ਤੁਹਾਡੇ ਸਾਹਮਣੇ ਨਹੀਂ ਆ ਰਹੇ ਹਨ ਤਾਂ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਵਾਸਤੇ ਕੀ ਕਰ ਸਕਦੇ ਹੋ। ਜੇਕਰ ਕੋਈ ਮੌਕਾ ਤੁਹਾਡੇ ਕੋਲ ਆ ਰਿਹਾ ਹੈ ਤਾਂ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਬੈਂਕ ਵਾਲੇ ਤੁਹਾਨੂੰ ਉਧਾਰ ਨਹੀਂ ਦੇ ਰਹੇ ਹਨ, ਤਾਂ ਤੁਸੀਂ ਉਸ ਮੌਕੇ ਦਾ ਫਾਇਦਾ ਕਿਵੇਂ ਉਠਾ ਸਕਦੇ ਹੋ। ਇਹ ਫਾਈਨੈਂਸ਼ੀਅਲ ਬੁੱਧੀ ਹੈ। ਜੇਕਰ ਤੁਹਾਡਾ ਅੰਦਾਜ਼ਾ ਗਲਤ ਹੈ ਤੇ ਜਿਸ ਦੀ ਤੁਸੀਂ ਆਸ ਕਰਦੇ ਹੋ ਉਹ ਨਹੀਂ ਹੋ ਰਿਹਾ ਹੈ, ਤਾਂ ਤੁਸੀਂ ਕਿਵੇਂ ਇੱਕ ਬੁਰੀ ਕੰਡੀਸ਼ਨ 'ਚ ਵੀ ਮੌਕਾ ਲੱਭ ਕੇ ਉਸ ਨੂੰ ਲੱਖਾਂ 'ਚ ਬਦਲ ਸਕਦੇ ਹੋ। ਇਹੀ ਫਾਈਨੈਂਸ਼ੀਅਲ ਸਮਝ ਹੈ। ਕੀ ਹੁੰਦਾ ਹੈ, ਇਸ ਨਾਲ ਸਾਡਾ ਜ਼ਿਆਦਾ ਵਾਸਤਾ ਨਹੀਂ ਹੈ, ਬਲਕਿ ਤੁਸੀਂ ਇੱਕ ਬੁਰੀ ਕੰਡੀਸ਼ਨ ਨੂੰ ਲੱਖਾਂ 'ਚ ਬਦਲਣ ਲਈ ਕਿੰਨੇ ਵੱਖ-ਵੱਖ ਤਰ੍ਹਾਂ ਦੇ ਫਾਈਨੈਂਸ਼ੀਅਲ ਸੋਲਿਊਸ਼ਨ ਲੱਭ ਸਕਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਪੈਸੇ ਦੀ ਪ੍ਰੋਬਲਮ ਨੂੰ ਸੁਲਝਾਉਣ ਵਿੱਚ ਕਿੰਨੇ ਕ੍ਰੀਏਟਿਵ ਹੋ। ਜ਼ਿਆਦਾਤਰ ਲੋਕ ਕੇਵਲ ਇੱਕ ਹੱਲ ਜਾਣਦੇ ਹਨ, ਕਰੜੀ ਮਿਹਨਤ ਕਰੋ, ਬੱਚਤ ਕਰੋ ਤੇ ਉਧਾਰ ਲਓ। ਤਾਂ ਤੁਹਾਨੂੰ ਆਪਣੀ ਫਾਈਨੈਂਸ਼ੀਅਲ ਇੰਟੈਲੀਜੈਂਸ ਕਿਉਂ ਵਧਾਉਣੀ ਚਾਹੀਦੀ ਹੈ? ਕਿਉਂਕਿ ਤੁਸੀਂ ਉਸ ਤਰ੍ਹਾਂ ਦੇ ਇਨਸਾਨ ਹੋਣਾ ਚਾਹੁੰਦੇ ਹੋ ਜਿਹੜਾ ਆਪਣੀ ਕਿਸਮਤ ਆਪ ਲਿਖਦਾ ਹੈ। ਤੁਸੀਂ ਜੋ ਹੁੰਦਾ ਹੈ ਹੋਣ ਦਿੰਦੇ ਹੋ ਤੇ ਉਸ ਨੂੰ ਬਿਹਤਰ ਵਿੱਚ ਬਦਲਣ ਦੀ ਸਮਰੱਥਾ ਰੱਖਦੇ ਹੋ। ਬਹੁਤ ਘੱਟ ਲੋਕ ਇਹ ਸਮਝ ਪਾਉਂਦੇ ਹਨ ਕਿ ਕਿਸਮਤ ਵੀ ਅਸੀਂ ਬਣਾਉਂਦੇ ਹਾਂ, ਜਿਵੇਂ ਕਿ ਪੈਸਾ ਬਣਾਇਆ ਜਾਂਦਾ ਹੈ। ਜੇਕਰ ਤੁਸੀਂ ਜ਼ਿਆਦਾ ਕਿਸਮਤ ਵਾਲੇ ਬਣਨਾ ਤੇ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਕਰੜੀ ਮਿਹਨਤ ਕਰਨ ਤੋਂ ਇਲਾਵਾ ਤੁਹਾਡੀ ਫਾਈਨੈਂਸ਼ੀਅਲ ਬੁੱਧੀ ਮਹੱਤਵਪੂਰਨ ਹੈ। ਜੇਕਰ ਤੁਸੀਂ ਉਸ ਆਦਮੀ ਵਾਂਗ ਹੋ ਜਿਹੜਾ ਕਿ ਸਹੀ ਚੀਜ਼ ਹੋਣ ਦਾ ਇੰਤਜ਼ਾਰ ਕਰਦਾ ਹੈ, ਤਾਂ ਸ਼ਾਇਦ ਤੁਹਾਨੂੰ ਬਹੁਤ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪਵੇ। ਇਹ ਤਾਂ ਉਸੇ ਤਰ੍ਹਾਂ ਦੀ ਗੱਲ ਹੋ ਗਈ ਕਿ ਤੁਸੀਂ ਗੈਰੇਜ ਤੋਂ ਗੱਡੀ ਕੱਢਣ ਵੇਲੇ ਇਹ ਪੱਕਾ ਕਰ ਲੈਣਾ ਚਾਹੁੰਦੇ ਹੋ ਕਿ ਅਗਲੇ 5 ਮੀਲ ਤੱਕ ਸਾਰੀਆਂ ਟ੍ਰੈਫਿਕ ਲਾਈਟਾਂ ਹਰੀਆਂ ਹੀ ਹੋਣ। ਜਦੋਂ ਅਸੀਂ ਛੋਟੇ ਸੀ ਤਾਂ ਅਮੀਰ ਡੈਡੀ ਮਾਈਕ ਅਤੇ ਮੈਨੂੰ ਲਗਾਤਾਰ ਇਹ ਦੱਸਦੇ ਸਨ ਕਿ ਪੈਸਾ ਅਸਲੀ ਨਹੀਂ ਹੈ। ਅਮੀਰ ਡੈਡੀ ਸਾਨੂੰ ਵਾਰ-ਵਾਰ ਇਹੀ ਯਾਦ ਦਿਲਾਇਆ ਕਰਦੇ ਸਨ ਕਿ ਜਦੋਂ ਅਸੀਂ ਪਲਾਸਟਰ ਆਫ ਪੈਰਿਸ ਨਾਲ ਸਿੱਕੇ ਢਾਲ ਰਹੇ ਸੀ ਤਾਂ ਅਸੀਂ ਪੈਸਿਆਂ ਦੇ ਰਾਜ਼ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਆ ਗਏ ਸੀ, ਕਿਉਂਕਿ ਅਸੀਂ ਪੈਸਾ ਬਣਾ ਰਹੇ ਸੀ। ਗਰੀਬ ਅਤੇ ਮਿਡਲ ਕਲਾਸ ਪੈਸਿਆਂ ਲਈ ਕੰਮ ਕਰਦੇ ਹਨ। ਉਹਨਾਂ ਦਾ ਕਹਿਣਾ ਸੀ, ਅਮੀਰ ਲੋਕ ਪੈਸਾ ਬਣਾਉਂਦੇ ਹਨ। ਤੁਸੀਂ ਪੈਸੇ ਨੂੰ ਜਿੰਨਾ ਅਸਲੀ ਸਮਝੋਗੇ, ਤੁਸੀਂ ਉਸ ਲਈ ਉਨੀ ਜ਼ਿਆਦਾ ਮਿਹਨਤ ਕਰੋਗੇ। ਜੇਕਰ ਤੁਸੀਂ ਇਸ ਵਿਚਾਰ ਨੂੰ ਮਨ ਵਿੱਚ ਉਤਾਰ ਲਿਆ ਕਿ ਪੈਸਾ ਅਸਲ ਚੀਜ਼ ਨਹੀਂ ਹੈ, ਤਾਂ ਤੁਸੀਂ ਜ਼ਿਆਦਾ ਤੇਜ਼ੀ ਨਾਲ ਅਮੀਰ ਬਣ ਸਕਦੇ ਹੋ। ਜੇਕਰ ਪੈਸਾ ਅਸਲੀ ਚੀਜ਼ ਨਹੀਂ ਹੈ ਤਾਂ ਫਿਰ ਇਹ ਕੀ ਹੈ? ਮਾਈਕ ਅਤੇ ਮੈਂ ਉਹਨਾਂ ਤੋਂ ਇਹ ਸਵਾਲ ਪੁੱਛਦੇ ਸਾਂ। ਪੈਸਾ ਉਹ ਹੈ ਜਿਸ ਬਾਰੇ ਅਸੀਂ ਸਹਿਮਤ ਹੋ ਜਾਈਏ, ਅਮੀਰ ਡੈਡੀ ਇੰਨਾ ਹੀ ਜਵਾਬ ਦਿੰਦੇ ਸਨ। ਸਾਡੇ ਕੋਲ ਜਿਹੜੀ ਇਕਲੌਤੀ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਪੂੰਜੀ ਹੈ ਉਹ ਹੈ ਸਾਡਾ ਦਿਮਾਗ। ਜੇਕਰ ਇਸ ਨੂੰ ਚੰਗੀ ਤਰ੍ਹਾਂ ਟ੍ਰੇਨਡ ਕਰ ਦਿੱਤਾ ਜਾਵੇ ਤਾਂ ਇੱਕ ਪਲ ਅੰਦਰ ਢੇਰ ਸਾਰੀ ਦੌਲਤ ਬਣਾ ਸਕਦਾ ਹੈ। ਇੰਨੀ ਦੌਲਤ ਜਿਹੜੀ 300 ਸਾਲ ਪਹਿਲਾਂ ਦੇ ਰਾਜਿਆਂ ਤੇ ਰਾਣੀਆਂ ਨੇ ਸੁਪਨੇ 'ਚ ਵੀ ਨਹੀਂ ਦੇਖੀ ਹੋਣੀ। ਇੱਕ ਅਨਟ੍ਰੇਨਡ ਵਿਅਕਤੀ ਬਹੁਤ ਜ਼ਿਆਦਾ ਗਰੀਬੀ ਵੀ ਬਣਾ ਸਕਦਾ ਹੈ, ਜਿਹੜੀ ਪੀੜ੍ਹੀ ਦਰ ਪੀੜ੍ਹੀ ਚੱਲਣ ਕਾਰਨ ਪੀੜ੍ਹੀਆਂ ਤੱਕ ਬਣੀ ਰਹਿ ਸਕਦੀ ਹੈ। ਇਨਫੋਰਮੇਸ਼ਨ ਦੇ ਇਸ ਯੁੱਗ ਵਿੱਚ ਪੈਸਾ ਮਿੰਟਾਂ ਵਿੱਚ ਬਣ ਜਾਂਦਾ ਹੈ। ਕੁਝ ਲੋਕ ਤਾਂ ਜ਼ੀਰੋ ਤੋਂ ਸ਼ੁਰੂ ਕਰਕੇ ਇੰਨੇ ਜ਼ਿਆਦਾ ਅਮੀਰ ਬਣ ਜਾਂਦੇ ਹਨ ਕਿ ਕਲਪਨਾ ਕਰਨਾ ਵੀ ਮੁਸ਼ਕਿਲ ਹੈ। ਇਸ ਦੇ ਲਈ ਉਹ ਕੁਝ ਆਈਡੀਆਜ਼ ਤੇ ਐਗਰੀਮੈਂਟਸ ਜਾਂ ਕੰਟਰੈਕਟ ਦਾ ਸਹਾਰਾ ਲੈਂਦੇ ਹਨ। ਤੁਹਾਨੂੰ ਇਹ ਗੱਲ ਉਹ ਲੋਕ ਆਸਾਨੀ ਨਾਲ ਦੱਸ ਸਕਦੇ ਹਨ ਜਿਹੜੇ ਸਟਾਕ ਮਾਰਕੀਟ 'ਚ ਟ੍ਰੇਡਿੰਗ ਕਰਦੇ ਹਨ ਜਾਂ ਦੂਜੇ ਇਨਵੈਸਟਮੈਂਟ ਕਰਦੇ ਹਨ, ਕਿਉਂਕਿ ਉੱਥੇ ਆਮ ਕਰਕੇ ਅਜਿਹਾ ਹੁੰਦਾ ਰਹਿੰਦਾ ਹੈ। ਕੁਝ ਨਹੀਂ ਤੋਂ ਇੱਕਦਮ ਕਰੋੜਾਂ ਬਣਾਏ ਜਾ ਸਕਦੇ ਹਨ ਅਤੇ ਕੁਝ ਨਹੀਂ ਤੋਂ ਮੇਰਾ ਮਤਲਬ ਹੈ ਬਿਨਾਂ ਪੈਸੇ ਦੇ ਲੈਣ ਦੇਣ ਤੋਂ। ਇਹ ਐਗਰੀਮੈਂਟ ਰਾਹੀਂ ਕੀਤਾ ਜਾਂਦਾ ਹੈ।
ਤਾਂ ਅਸੀਂ ਆਪਣਾ ਫਾਈਨੈਂਸ਼ੀਅਲ ਟੈਲੈਂਟ ਕਿਉਂ ਵਿਕਸਿਤ ਕਰੀਏ? ਇਸ ਦਾ ਜਵਾਬ ਕੇਵਲ ਤੁਸੀਂ ਹੀ ਦੇ ਸਕਦੇ ਹੋ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਇਸ ਨੂੰ ਕਿਉਂ ਡਿਵੈਲਪ ਕਰ ਰਿਹਾ ਹਾਂ। ਮੈਂ ਇੰਜ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਤੇਜ਼ੀ ਨਾਲ ਪੈਸਾ ਕਮਾਉਣਾ ਚਾਹੁੰਦਾ ਹਾਂ। ਇਸ ਲਈ ਨਹੀਂ ਕਿ ਮੈਨੂੰ ਪੈਸੇ ਦੀ ਲੋੜ ਹੈ, ਬਲਕਿ ਇਸ ਵਾਸਤੇ ਕਿਉਂਕਿ ਮੈਂ ਇੰਜ ਕਰਨਾ ਚਾਹੁੰਦਾ ਹਾਂ। ਇਹ ਸਿੱਖਣ ਦੀ ਇੱਕ ਦਿਲਚਸਪ ਪ੍ਰਕਿਰਿਆ ਹੈ। ਮੈਂ ਆਪਣਾ ਫਾਈਨੈਂਸ਼ੀਅਲ IQ ਇਸ ਵਾਸਤੇ ਵਿਕਸਿਤ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਂ ਦੁਨੀਆ ਦੀ ਸਭ ਤੋਂ ਜ਼ਿਆਦਾ ਤੇਜ਼ ਤੇ ਵੱਡੀ ਖੇਡ ਵਿੱਚ ਹਿੱਸਾ ਲੈਣਾ ਚਾਹੁੰਦਾ ਹਾਂ ਅਤੇ ਆਪਣੇ ਛੋਟੇ ਤਰੀਕਿਆਂ ਨਾਲ ਮੈਂ ਮਾਨਵਤਾ ਦੇ ਵਿਕਾਸ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਇੱਕ ਇਹੋ ਜਿਹੇ ਯੁੱਗ ਦਾ ਜਿੱਥੇ ਇਨਸਾਨ ਖਾਲਿਸ ਤੌਰ ਤੇ ਕੇਵਲ ਆਪਣੇ ਦਿਮਾਗ ਨਾਲ ਕੰਮ ਕਰਦੇ ਹਨ, ਸਰੀਰ ਤੋਂ ਨਹੀਂ। ਇਸ ਦੇ ਇਲਾਵਾ ਇੱਥੇ ਜ਼ਿਆਦਾ ਐਕਸਾਈਟਮੈਂਟ ਹੈ, ਪੈਸਾ ਹੈ, ਡਰ ਅਤੇ ਆਨੰਦ ਹੈ। ਇਸ ਲਈ ਮੈਂ ਆਪਣੀ ਫਾਈਨੈਂਸ਼ੀਅਲ ਇੰਟੈਲੀਜੈਂਸ ਦਾ ਨਿਵੇਸ਼ ਕਰਦਾ ਹਾਂ। ਮੈਂ ਹਿੰਮਤ ਨਾਲ ਅੱਗੇ ਵਧਣ ਵਾਲੇ ਲੋਕਾਂ ਦੇ ਨਾਲ ਹੋਣਾ ਚਾਹੁੰਦਾ ਹਾਂ। ਮੈਂ ਪਿੱਛੇ ਰਹਿ ਜਾਣ ਵਾਲੇ ਲੋਕਾਂ ਦੇ ਨਾਲ ਨਹੀਂ ਰਲਣਾ ਚਾਹੁੰਦਾ। ਇੱਥੇ ਮੈਂ ਪੈਸਾ ਬਣਾਉਣ ਦਾ ਇੱਕ ਸੌਖਾ ਜਿਹਾ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ। 1990 ਦੇ ਦਹਾਕੇ ਦੀ ਸ਼ੁਰੂਆਤ 'ਚ ਫੀਨਿਕਸ ਦੀ ਅਰਥ ਵਿਵਸਥਾ ਬੜੀ ਮਾੜੀ ਸੀ। ਮੈਂ ਗੁੱਡ ਮਾਰਨਿੰਗ ਅਮਰੀਕਾ TV ਸੀਰੀਅਲ ਦੇਖ ਰਿਹਾ ਸੀ ਜਦੋਂ ਇੱਕ ਫਾਈਨੈਂਸ਼ੀਅਲ ਪਲੈਨਰ ਆਇਆ ਤੇ ਉਸਨੇ ਬੜੀਆਂ ਨਿਰਾਸ਼ਾਵਾਦੀ ਭਵਿੱਖਬਾਣੀਆਂ ਕਰਨੀਆਂ ਆਰੰਭੀਆਂ। ਉਸ ਦੀ ਸਲਾਹ ਸੀ, ਪੈਸੇ ਬਚਾਓ, ਹਰ ਮਹੀਨੇ $100 ਬਚਾਓ ਤੇ 40 ਸਾਲਾਂ ਤੱਕ ਤੁਸੀਂ ਕਰੋੜਪਤੀ ਬਣ ਸਕਦੇ ਹੋ। ਖੈਰ, ਹਰ ਮਹੀਨੇ ਇੱਕ ਨਿਸ਼ਚਿਤ ਰਕਮ ਬਚਾਉਣਾ ਵੀ ਇੱਕ ਚੰਗਾ ਵਿਚਾਰ ਹੈ। ਇਹ ਇੱਕ ਆਪਸ਼ਨ ਹੈ। ਇਹ ਇਹੋ ਜਿਹਾ ਆਪਸ਼ਨ ਹੈ ਜਿਸ ਨੂੰ ਬੜੇ ਲੋਕ ਮੰਨ ਲੈਣਗੇ। ਪ੍ਰੋਬਲਮ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਆਦਮੀ ਇਹ ਨਹੀਂ ਜਾਣ ਪਾਉਂਦਾ ਕਿ ਉਸਦੇ ਆਲੇ ਦੁਆਲੇ ਕੀ ਹੋ ਰਿਹਾ ਹੈ। ਉਹ ਆਪਣੇ ਪੈਸੇ 'ਚ ਜ਼ਿਆਦਾ ਮਹੱਤਵਪੂਰਨ ਵਾਧੇ ਦੇ ਵੱਡੇ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਪਾਉਂਦਾ। ਦੁਨੀਆ ਉਸਦੇ ਕੋਲੋਂ ਲੰਘ ਕੇ ਅੱਗੇ ਵੱਧ ਜਾਂਦੀ ਹੈ। ਜਿਵੇਂ ਮੈਂ ਕਿਹਾ, ਅਰਥ ਵਿਵਸਥਾ ਉਸ ਸਮੇਂ ਬੜੇ ਬੁਰੇ ਦੌਰ 'ਚ ਸੀ। ਨਿਵੇਸ਼ਕਾਂ ਲਈ ਇਹ ਇੱਕ ਆਦਰਸ਼ਕ ਬਾਜ਼ਾਰ ਦੀ ਸਥਿਤੀ ਸੀ। ਮੇਰਾ ਕਾਫੀ ਪੈਸਾ ਉਸ ਸਮੇਂ ਸਟਾਕ ਮਾਰਕੀਟ ਤੇ ਅਪਾਰਟਮੈਂਟ ਹਾਊਸਿਸ 'ਚ ਫਸਿਆ ਹੋਇਆ ਸੀ। ਮੇਰੇ ਕੋਲ ਨਕਦ ਪੈਸੇ ਨਹੀਂ ਸਨ ਕਿਉਂਕਿ ਹਰ ਕੋਈ ਵੇਚ ਰਿਹਾ ਸੀ, ਇਸ ਲਈ ਮੈਂ ਖਰੀਦ ਰਿਹਾ ਸੀ। ਮੈਂ ਪੈਸੇ ਬਚਾ ਨਹੀਂ ਸੀ ਰਿਹਾ, ਮੈਂ ਇਨਵੈਸਟਮੈਂਟ ਕਰ ਰਿਹਾ ਸੀ। ਮੇਰੀ ਪਤਨੀ ਤੇ ਮੇਰੇ ਕੋਲ 10 ਕਰੋੜ ਤੋਂ ਜ਼ਿਆਦਾ ਕੈਸ਼ ਸੀ ਜਿਹੜਾ ਤੇਜ਼ੀ ਨਾਲ ਵਧਦੇ ਬਾਜ਼ਾਰ 'ਚ ਕੰਮ ਕਰ ਰਿਹਾ ਸੀ। ਇਨਵੈਸਟਮੈਂਟ ਕਰਨ ਲਈ ਇਹ ਸਭ ਤੋਂ ਵਧੀਆ ਮੌਕਾ ਸੀ। ਇਕਨੋਮੀ ਦੀ ਹਾਲਤ ਡਰਾਉਣੀ ਸੀ। ਮੈਂ ਬਹੁਤ ਛੋਟੇ-ਛੋਟੇ ਨਿਵੇਸ਼ਕਾਂ ਦਾ ਤਾਂ ਵਰਣਨ ਨਹੀਂ ਕਰ ਸਕਦਾ, ਪਰ ਕਈ ਵੱਡੀਆਂ ਗੱਲਾਂ ਜ਼ਰੂਰ ਦੱਸਣਾ ਚਾਹਾਂਗਾ। ਉਹ ਘਰ ਜਿਨ੍ਹਾਂ ਦੀ ਕੀਮਤ ਕਦੇ 1 ਕਰੋੜ ਰੁਪਏ ਹੁੰਦੀ ਸੀ, ਹੁਣ ਉਹ 75 ਲੱਖ ਰੁਪਏ ਦੇ ਹੋ ਗਏ ਸਨ। ਪਰ ਲੋਕਲ ਰੀਅਲ ਐਸਟੇਟ ਆਫਿਸ 'ਚ ਖਰੀਦਦਾਰੀ ਕਰਨ ਦੇ ਬਜਾਏ ਮੈਂ ਅਦਾਲਤ ਦੀਆਂ ਪੌੜੀਆਂ ਅਤੇ ਦੀਵਾਲੀਆ ਵਕੀਲਾਂ ਦੇ ਆਫਿਸ ਦੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਇੱਥੇ ਉਹ ਡੀਲਸ ਮਿਲ ਜਾਂਦੀਆਂ ਸਨ ਜਿਹੜੀਆਂ ਕਿਤੇ ਵੀ ਨਹੀਂ ਸਨ ਮਿਲਦੀਆਂ। ਫॉर ਐਗਜ਼ਾਮਪਲ, ਜੇਕਰ ਕਿਸੇ ਨੇ ਘਰ ਲੋਨ ਤੇ ਲਿਆ ਸੀ ਅਤੇ ਹੁਣ ਉਹ ਉਸਦੀ ਪੇਮੈਂਟ ਨਹੀਂ ਕਰ ਪਾ ਰਿਹਾ ਸੀ ਤਾਂ ਬੈਂਕ ਸਸਤੇ ਰੇਟ ਤੇ ਉਹ ਘਰ ਵੇਚਦਾ ਹੈ ਅਤੇ ਮੈਂ ਇਹੋ ਜਿਹੇ ਹੀ ਘਰ ਖਰੀਦਣਾ ਚਾਹੁੰਦਾ ਸੀ। ਇਹਨਾਂ ਥਾਵਾਂ ਤੇ 75 ਲੱਖ ਰੁਪਏ ਦਾ ਘਰ 20 ਲੱਖ ਜਾਂ ਇਸ ਤੋਂ ਵੀ ਘੱਟ ਪੈਸਿਆਂ 'ਚ ਖਰੀਦਿਆ ਜਾ ਸਕਦਾ ਸੀ। ਮੈਂ ਆਪਣੇ ਦੋਸਤ ਤੋਂ 2 ਲੱਖ ਰੁਪਏ ਦਾ ਲੋਨ ਲਿਆ। 90 ਦਿਨਾਂ ਦੇ ਇਸ ਲੋਨ ਦਾ ਵਿਆਜ 2000 ਰੁਪਏ ਸੀ। ਮੈਂ ਵਕੀਲ ਨੂੰ ਕੈਸ਼ੀਅਰ ਦਾ ਚੈੱਕ ਦਿੱਤਾ। ਜਦੋਂ ਕੰਟਰੈਕਟ ਦਾ ਪ੍ਰੋਸੈਸ ਚੱਲ ਰਿਹਾ ਸੀ ਤਾਂ ਮੈਂ ਅਖਬਾਰ 'ਚ ਇੱਕ ਇਸ਼ਤਿਹਾਰ ਦਿੱਤਾ ਕਿ 75 ਲੱਖ ਦਾ ਘਰ 60 ਲੱਖ ਰੁਪਏ 'ਚ ਵਿਕਾਊ ਹੈ ਤੇ ਕਿਸੇ ਡਾਊਨ ਪੇਮੈਂਟ ਦੀ ਵੀ ਜ਼ਰੂਰਤ ਨਹੀਂ ਹੈ। ਤਾਂ ਮੇਰਾ ਫੋਨ ਲਗਾਤਾਰ ਵੱਜਣ ਲੱਗਾ। ਸੰਭਾਵਿਤ ਖਰੀਦਦਾਰਾਂ ਨੂੰ ਛਾਂਟਿਆ ਗਿਆ ਤੇ ਇੱਕ ਵਾਰ ਮਕਾਨ ਕਾਨੂੰਨੀ ਤੌਰ ਉੱਤੇ ਮੇਰੇ ਨਾਂ ਤੇ ਹੋ ਗਿਆ ਤਾਂ ਸਾਰੇ ਸੰਭਾਵਿਤ ਖਰੀਦਦਾਰਾਂ ਨੂੰ ਘਰ ਦੇਖਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਘਰ ਕੁਝ ਹੀ ਮਿੰਟਾਂ ਵਿੱਚ ਵਿਕ ਗਿਆ। ਮੈਂ 2500 ਦੀ ਪ੍ਰੋਸੈਸਿੰਗ ਫੀਸ ਮੰਗੀ ਜਿਹੜੀ ਉਹਨਾਂ ਨੇ ਖੁਸ਼ੀ-ਖੁਸ਼ੀ ਸਵੀਕਾਰੀ ਤੇ ਇਸ ਦੇ ਬਾਅਦ ਕਾਨੂੰਨੀ ਨਾਂ ਬਦਲਣ ਦੀ ਕਾਰਵਾਈ ਸ਼ੁਰੂ ਹੋ ਗਈ। ਮੈਂ ਆਪਣੇ ਮਿੱਤਰ ਦੇ 2 ਲੱਖ ਦੇ ਕਰਜ਼ 'ਚ $200 ਵਿਆਜ ਦੇ ਮਿਲਾ ਕੇ ਉਸਨੂੰ ਦੇ ਦਿੱਤੇ। ਉਹ ਖੁਸ਼ ਸੀ, ਘਰ ਖਰੀਦਣ ਵਾਲਾ ਖੁਸ਼ ਸੀ, ਵਕੀਲ ਵੀ ਖੁਸ਼ ਸੀ ਅਤੇ ਮੈਂ ਵੀ। ਮੈਂ 20 ਲੱਖ 'ਚ ਖਰੀਦੇ ਗਏ ਮਕਾਨ ਨੂੰ 60 ਲੱਖ 'ਚ ਵੇਚ ਦਿੱਤਾ। ਮੇਰੇ ਕੋਲ ਖਰੀਦਦਾਰ ਦਾ ਐਫੀਡੇਵਿਟ ਵੀ ਸੀ ਜਿਸ ਨੇ ਮੇਰੀ ਸੰਪत्ति ਵਾਲੇ ਕਾਲਮ 'ਚ 40 ਲੱਖ ਰੁਪਏ ਜਮ੍ਹਾਂ ਕਰ ਦਿੱਤੇ। ਇਸ ਪੂਰੀ ਕਾਰਵਾਈ ਵਿੱਚ ਕੁੱਲ 5 ਘੰਟੇ ਲੱਗੇ ਸਨ। ਤਾਂ ਹੁਣ ਜਦੋਂ ਕਿ ਤੁਹਾਡੇ 'ਚ ਪੈਸੇ ਦੀ ਸਮਝ ਆ ਚੁੱਕੀ ਹੈ ਤੇ ਤੁਸੀਂ ਨੰਬਰਸ ਨੂੰ ਪੜ੍ਹ ਸਕਦੇ ਹੋ, ਤਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਪੈਸੇ ਦੀ ਕਾਢ ਕੱਢ ਕੇ ਹੋਰ ਪੈਸੇ ਬਣਾਏ ਜਾਂਦੇ ਹਨ। ਮੰਦੀ ਦੇ ਬਾਜ਼ਾਰ 'ਚ ਆਪਣੇ ਖਾਲੀ ਸਮੇਂ ਵਿੱਚ ਮੈਂ ਅਤੇ ਮੇਰੀ ਪਤਨੀ ਨੇ ਇਸ ਤਰ੍ਹਾਂ ਦੇ 6 ਸੌਦੇ ਨਿਪਟਾਏ। ਜਦੋਂ ਕਿ ਸਾਡਾ ਜ਼ਿਆਦਾਤਰ ਪੈਸਾ ਵੱਡੀਆਂ ਪ੍ਰਾਪਰਟੀਜ਼ ਅਤੇ ਸਟਾਕ ਮਾਰਕੀਟ ਵਿੱਚ ਫਸਿਆ ਹੋਇਆ ਸੀ, ਅਸੀਂ ਖਰੀਦਣ ਤੇ ਵੇਚਣ ਦੇ ਸੌਦਿਆਂ 'ਚ ਆਪਣੀ ਸੰਪत्ति ਐਸੈਟ ਵਾਲੇ ਕਾਲਮ ਅੰਦਰ 2 ਕਰੋੜ ਤੋਂ ਜ਼ਿਆਦਾ ਬਣਾਉਣ 'ਚ ਸਫਲ ਹੋ ਗਏ ਸੀ। ਇਸ ਤਰ੍ਹਾਂ ਹਰ ਸਾਲ ਦੀ ਅੰਦਾਜ਼ਨ ਆਮਦਨ 19 ਲੱਖ ਰੁਪਏ ਹੋ ਗਈ ਸੀ ਅਤੇ ਇਸ ਦਾ ਜ਼ਿਆਦਾਤਰ ਹਿੱਸਾ ਸਾਡੇ ਪ੍ਰਾਈਵੇਟ ਕਾਰਪੋਰੇਸ਼ਨ ਦੁਆਰਾ ਸੁਰੱਖਿਅਤ ਸੀ। ਇਸ 19 ਲੱਖ ਸਾਲਾਨਾ ਦਾ ਵੱਡਾ ਹਿੱਸਾ ਸਾਡੀ ਕੰਪਨੀ ਦੀਆਂ ਕਾਰਾਂ, ਪੈਟਰੋਲ, ਟ੍ਰਿਪਸ, ਬੀਮੇ, ਗਾਹਕਾਂ ਨਾਲ ਡਿਨਰ ਆਦਿ ਚੀਜ਼ਾਂ 'ਤੇ ਖਰਚ ਹੋ ਸਕਦਾ ਸੀ। ਜਦੋਂ ਤੱਕ ਸਰਕਾਰ ਨੂੰ ਆਮਦਨ ਉੱਤੇ ਟੈਕਸ ਲਗਾਉਣ ਦਾ ਮੌਕਾ ਮਿਲਦਾ
ਤਦੋਂ ਤੱਕ ਇਹ ਕਾਨੂੰਨੀ ਤੌਰ ਤੇ ਖਰਚ ਹੋ ਚੁੱਕਿਆ ਸੀ। ਇਹਨਾਂ ਵਿੱਚੋਂ ਕਿਹੜੀ ਸਲਾਹ ਤੁਹਾਨੂੰ ਜ਼ਿਆਦਾ ਮੁਸ਼ਕਿਲ ਲੱਗਦੀ ਹੈ? ਪਹਿਲੀ ਹੈ ਸਖਤ ਮਿਹਨਤ ਕਰੋ, 50% ਦੀ ਦਰ ਤੇ ਟੈਕਸ ਚੁਕਾਓ ਅਤੇ ਫਿਰ ਜੋ ਰਕਮ ਬਚਦੀ ਹੈ ਉਸ ਵਿੱਚੋਂ ਬਚਤ ਕਰੋ। ਤੁਹਾਡੀ ਸੇਵਿੰਗ ਤੇ ਤੁਹਾਨੂੰ 5% ਇੰਟਰਸਟ ਮਿਲਦਾ ਹੈ ਜਿਸ ਉੱਤੇ ਇੱਕ ਵਾਰ ਫੇਰ ਟੈਕਸ ਲੱਗਦਾ ਹੈ। ਜਾਂ ਫਿਰ ਆਪਸ਼ਨ ਨੰਬਰ 2, ਪੈਸੇ ਦੀ ਸਮਝ ਵਿਕਸਿਤ ਕਰਨ ਦਾ ਸਮਾਂ ਕੱਢੋ। ਆਪਣੇ ਦਿਮਾਗ ਅਤੇ ਐਸੈਟ ਵਾਲੇ ਕਾਲਮ ਦੀ ਤਾਕਤ ਦਾ ਇਸਤੇਮਾਲ ਕਰੋ। ਹੁਣ ਤੁਸੀਂ ਸਮਝ ਸਕਦੇ ਹੋ ਕਿ ਮੈਂ ਕਿਉਂ ਚੁੱਪਚਾਪ ਸਿਰ ਹਿਲਾ ਦਿੰਦਾ ਹਾਂ ਜਦੋਂ ਮੈਂ ਲੋਕਾਂ ਨੂੰ ਇਹ ਕਹਿੰਦਿਆਂ ਸੁਣਦਾ ਹਾਂ ਕਿ ਮੇਰਾ ਬੱਚਾ ਸਕੂਲ ਵਿੱਚ ਚੰਗੀ ਪੜ੍ਹਾਈ ਕਰ ਰਿਹਾ ਹੈ ਅਤੇ ਉਸਨੂੰ ਚੰਗੀ ਐਜੂਕੇਸ਼ਨ ਮਿਲ ਰਹੀ ਹੈ। ਉਹ ਚੰਗੀ ਹੋ ਸਕਦੀ ਹੈ ਪਰ ਕਿ ਉਹ ਕਾਫੀ ਹੈ? ਮੈਂ ਜਾਣਦਾ ਹਾਂ ਕਿ ਉੱਪਰ ਦੱਸੀ ਗਈ ਇਨਵੈਸਟਮੈਂਟ ਟੈਕਨੀਕ ਇੱਕ ਛੋਟੀ ਜਿਹੀ ਟੈਕਨੀਕ ਹੈ। ਇਸ ਨੂੰ ਇਹ ਸਮਝਾਉਣ ਲਈ ਲਿਖਿਆ ਗਿਆ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਰਕਮ ਵੱਡੀ ਰਕਮ 'ਚ ਬਦਲੀ ਜਾ ਸਕਦੀ ਹੈ। ਇੱਕ ਵਾਰ ਫਿਰ ਮੇਰੀ ਸਕਸੈਸ ਇਹ ਦੱਸਦੀ ਹੈ ਕਿ ਸਟਰੋਂਗ ਫਾਈਨੈਂਸ਼ੀਅਲ ਫਾਊਂਡੇਸ਼ਨ ਕਿੰਨੀ ਇੰਪੋਰਟੈਂਟ ਹੈ, ਜਿਹੜੀ ਸਟਰੋਂਗ ਫਾਈਨੈਂਸ਼ੀਅਲ ਐਜੂਕੇਸ਼ਨ ਤੋਂ ਸ਼ੁਰੂ ਹੁੰਦੀ ਹੈ। ਮੈਂ ਪਹਿਲਾਂ ਵੀ ਕਿਹਾ ਹੈ ਕਿ ਇਹ ਇੰਨਾ ਜ਼ਿਆਦਾ ਮਹੱਤਵਪੂਰਨ ਹੈ ਕਿ ਮੈਂ ਇਸ ਨੂੰ ਇੱਕ ਵਾਰ ਫਿਰ ਦੁਹਰਾਉਣਾ ਚਾਹੁੰਦਾ ਹਾਂ। ਫਾਈਨੈਂਸ਼ੀਅਲ ਬੁੱਧੀ ਯਾਨੀ ਕਿ ਫਾਈਨੈਂਸ਼ੀਅਲ ਇੰਟੈਲੀਜੈਂਸ 4 ਮੇਨ ਟੈਕਨੀਕਲ ਸਕਿੱਲਸ ਤੋਂ ਮਿਲ ਕੇ ਬਣਦੀ ਹੈ। ਨੰਬਰ 1 ਹੈ ਫਾਈਨੈਂਸ਼ੀਅਲ ਲਿਟਰੇਸੀ ਯਾਨੀ ਨੰਬਰਸ ਨੂੰ ਪੜ੍ਹਨ ਦੀ ਐਬਿਲਿਟੀ। ਨੰਬਰ 2 ਹੈ ਇਨਵੈਸਟਮੈਂਟ ਦੀ ਸਟ੍ਰੈਟਜੀ ਯਾਨੀ ਪੈਸੇ ਤੋਂ ਪੈਸਾ ਬਣਾਉਣ ਦਾ ਸਾਇੰਸ। ਨੰਬਰ 3 ਤੇ ਆਉਂਦਾ ਹੈ ਮਾਰਕੀਟ ਦੀ ਡਿਮਾਂਡ ਅਤੇ ਸਪਲਾਈ। ਅਲੈਗਜ਼ੈਂਡਰ ਗ੍ਰੈਹਮ ਬੈਲ ਨੇ ਮਾਰਕੀਟ ਨੂੰ ਉਹ ਦਿੱਤਾ ਜੋ ਮਾਰਕੀਟ ਨੂੰ ਚਾਹੀਦਾ ਸੀ। ਇਹ ਬਿਲ ਗੇਟਸ ਨੇ ਵੀ ਕੀਤਾ, ਇਹੀ ਐਲਨ ਮਸਕ ਵੀ ਕਰ ਰਿਹਾ ਹੈ। ਮੈਨੂੰ ਇਹ ਮੌਕਾ ਵੀ ਮਾਰਕੀਟ ਨੇ ਹੀ ਦਿੱਤਾ ਸੀ ਕਿ 20 ਲੱਖ ਦਾ ਇੱਕ ਮਕਾਨ ਖਰੀਦ ਕੇ ਮੈਂ ਉਸਨੂੰ 60 ਲੱਖ 'ਚ ਵੇਚ ਦਿੱਤਾ ਸੀ ਜਦੋਂ ਕਿ ਉਸਦੀ ਅਸਲ ਕੀਮਤ 75 ਲੱਖ ਰੁਪਏ ਸੀ। ਕੋਈ ਖਰੀਦ ਰਿਹਾ ਸੀ, ਕੋਈ ਵੇਚ ਰਿਹਾ ਸੀ। ਅਤੇ 4 ਨੰਬਰ ਸਕਿੱਲ ਸਾਨੂੰ ਚਾਹੀਦੀ ਹੈ ਕਾਨੂੰਨ ਯਾਨੀ ਕਿ ਲਾਅ ਦੀ। ਅਕਾਊਂਟਿੰਗ, ਕਾਰਪੋਰੇਟ ਲਾਅ ਅਤੇ ਪਾਲਿਸੀ ਦੇ ਬਾਰੇ ਅਵੇਅਰਨੈਸ। ਅਸੀਂ ਰੂਲਸ ਦੇ ਅੰਦਰ ਰਹਿ ਕੇ ਖੇਡਣ ਦੀ ਸਲਾਹ ਦਿੰਦੇ ਹਾਂ। ਅਗਰ ਤੁਸੀਂ ਆਪਣੇ ਪੈਸੇ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬੇਸਿਕ ਫਾਊਂਡੇਸ਼ਨ ਹੋਣੀ ਚਾਹੀਦੀ ਹੈ ਯਾਨੀ ਸਕਿੱਲਸ ਦਾ ਕੰਬੀਨੇਸ਼ਨ ਹੋਣਾ ਚਾਹੀਦਾ ਹੈ। ਚਾਹੇ ਤੁਸੀਂ ਛੋਟੇ ਅਪਾਰਟਮੈਂਟ, ਵੱਡੇ ਘਰ, ਕੰਪਨੀਆਂ, ਸਟਾਕ, ਬੌਂਡ, ਮਿਊਚੁਅਲ ਫੰਡ, ਪ੍ਰੀਸ਼ੀਅਸ ਮੈਟਲਸ ਖਰੀਦ ਕੇ ਕਰੋ ਜਾਂ ਕਿਸੇ ਕਿਸਮ ਦਾ ਦੂਜਾ ਕੰਮ ਕਰੋ। 1996 ਤੱਕ ਰੀਅਲ ਐਸਟੇਟ ਸੁਰਖੀਆਂ ਵਿੱਚ ਸੀ ਅਤੇ ਹਰ ਕੋਈ ਇਸ 'ਚ ਜਾ ਰਿਹਾ ਸੀ। ਸਟਾਕ ਮਾਰਕੀਟ ਵੀ ਬੂਮ ਹੋ ਰਿਹਾ ਸੀ ਅਤੇ ਹਰ ਕੋਈ ਉਸ ਵਿੱਚ ਵੀ ਜਾ ਰਿਹਾ ਸੀ। ਪਰ ਮੈਂ ਉਸ ਵਿੱਚੋਂ ਬਾਹਰ ਨਿਕਲਣ ਦੀ ਸੋਚ ਰਿਹਾ ਸੀ ਕਿਉਂਕਿ ਮਾਰਕੀਟ 'ਚ ਹੁਣ ਓਨੀਆਂ ਓਪੋਰਚੁਨਿਟੀਜ਼ ਨਹੀਂ ਸਨ। ਮੈਂ ਸਿਰਫ ਤੁਹਾਨੂੰ ਇੰਨੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਨਿਵੇਸ਼ ਆਉਂਦੇ ਜਾਂਦੇ ਰਹਿੰਦੇ ਹਨ, ਮਾਰਕੀਟ ਘਟਦਾ ਤੇ ਵੱਧਦਾ ਰਹਿੰਦਾ ਹੈ, ਅਰਥ ਵਿਵਸਥਾਵਾਂ ਸੁਧਰਦੀਆਂ ਤੇ ਵਿਗੜਦੀਆਂ ਰਹਿੰਦੀਆਂ ਹਨ। ਦੁਨੀਆ ਤੁਹਾਨੂੰ ਹਰ ਦਿਨ ਜ਼ਿੰਦਗੀ ਦੇ ਅਨੂਠੇ ਮੌਕੇ ਦਿੰਦੀ ਰਹਿੰਦੀ ਹੈ ਪਰ ਆਮ ਕਰਕੇ ਅਸੀਂ ਉਹਨਾਂ ਨੂੰ ਦੇਖ ਨਹੀਂ ਪਾਉਂਦੇ, ਪਰ ਉਹ ਉੱਥੇ ਹੁੰਦੇ ਹਨ। ਤੇ ਦੁਨੀਆ ਜਿੰਨੀ ਜ਼ਿਆਦਾ ਬਦਲਦੀ ਹੈ, ਟੈਕਨੋਲੋਜੀ ਜਿੰਨੀ ਜ਼ਿਆਦਾ ਬਦਲਦੀ ਹੈ, ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਸਥਾਈ ਆਰਥਿਕ ਸੁਰੱਖਿਆ ਦੇ ਲਈ ਓਨੇ ਹੀ ਜ਼ਿਆਦਾ ਮੌਕੇ ਹੁੰਦੇ ਹਨ। ਤਾਂ ਆਪਣੀ ਫਾਈਨੈਂਸ਼ੀਅਲ ਬੁੱਧੀ ਨੂੰ ਵਿਕਸਿਤ ਕਰਨ ਦੇ ਝੰਜਟ ਨੂੰ ਕਿਉਂ ਚੁੱਕਿਆ ਜਾਵੇ? ਇੱਕ ਵਾਰ ਫਿਰ ਮੈਂ ਇਹੀ ਕਹਾਂਗਾ, ਮੈਂ ਜਾਣਦਾ ਹਾਂ ਕਿ ਮੈਂ ਇਸ ਨੂੰ ਕਿਉਂ ਸਿੱਖਦਾ ਹਾਂ ਅਤੇ ਵਿਕਸਿਤ ਕਰਦਾ ਹਾਂ। ਮੈਂ ਇਸ ਤਰ੍ਹਾਂ ਇਸ ਲਈ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਪਰਿਵਰਤਨ ਹੋ ਰਹੇ ਹਨ ਤੇ ਹੋਣ ਵਾਲੇ ਹਨ। ਮੈਂ ਪਰਿਵਰਤਨਾਂ ਦਾ ਸਵਾਗਤ ਕਰਦਾ ਹਾਂ ਅਤੇ ਅਤੀਤ ਨਾਲ ਚਿਪਕਿਆ ਨਹੀਂ ਰਹਿਣਾ ਚਾਹੁੰਦਾ। ਮੈਂ ਜਾਣਦਾ ਹਾਂ ਕਿ ਮਾਰਕੀਟ 'ਚ ਤੇਜ਼ੀ ਵੀ ਆਵੇਗੀ ਅਤੇ ਮੰਦੀ ਵੀ। ਮੈਂ ਲਗਾਤਾਰ ਆਪਣੀ ਫਾਈਨੈਂਸ਼ੀਅਲ ਬੁੱਧੀ ਨੂੰ ਵਿਕਸਿਤ ਕਰਨਾ ਚਾਹੁੰਦਾ ਹਾਂ। ਇਸੇ ਸਮੇਂ ਕਈ ਲੋਕ ਜ਼ਿੰਦਗੀ ਵੱਲੋਂ ਦਿੱਤੀਆਂ ਗਈਆਂ ਪ੍ਰੋਬਲਮਸ ਨੂੰ ਲੈ ਕੇ ਮੈਂ ਲਗਾਤਾਰ ਆਪਣੀ ਫਾਈਨੈਂਸ਼ੀਅਲ ਬੁੱਧੀ ਨੂੰ ਵਿਕਸਿਤ ਕਰਨਾ ਚਾਹੁੰਦਾ ਹਾਂ ਕਿਉਂਕਿ ਮਾਰਕੀਟ ਵਿੱਚ ਹਰ ਪਰਿਵਰਤਨ ਉੱਤੇ ਕੁਝ ਲੋਕ ਆਪਣੀਆਂ ਨੌਕਰੀਆਂ ਲਈ ਆਪਣੇ ਗੋਡਿਆਂ ਨੂੰ ਟੇਕ ਕੇ ਭੀਖ ਮੰਗਣਗੇ। ਇਸੇ ਸਮੇਂ ਕਈ ਲੋਕ ਜ਼ਿੰਦਗੀ ਵੱਲੋਂ ਦਿੱਤੀਆਂ ਗਈਆਂ ਪ੍ਰੋਬਲਮਸ ਨੂੰ ਲੈ ਕੇ ਉਸ ਨੂੰ ਕਰੋੜਾਂ ਵਿੱਚ ਬਦਲ ਲੈਣਗੇ। ਅਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜ਼ਿੰਦਗੀ ਸਾਨੂੰ ਕਦੇ-ਕਦਾਈ ਪ੍ਰੋਬਲਮਸ ਦੇ ਦਿੰਦੀ ਹੈ ਅਤੇ ਇਹਨਾਂ ਪ੍ਰੋਬਲਮਸ ਨੂੰ ਚੰਗੀ ਅਪੋਰਚੁਨਿਟੀ ਵਿੱਚ ਬਦਲਣਾ ਹੀ ਫਾਈਨੈਂਸ਼ੀਅਲ ਇੰਟੈਲੀਜੈਂਸ ਹੈ। ਪਰਸਨਲ ਤੌਰ ਤੇ ਮੈਂ ਫਾਈਨੈਂਸ਼ੀਅਲ ਵਾਧੇ ਲਈ 2 ਮੁੱਖ ਸਾਧਨਾਂ ਦਾ ਇਸਤੇਮਾਲ ਕਰਦਾ ਹਾਂ, ਰੀਅਲ ਐਸਟੇਟ ਤੇ ਛੋਟੇ ਸਟਾਕਸ। ਮੈਂ ਰੀਅਲ ਐਸਟੇਟ ਨੂੰ ਆਪਣੀ ਨੀਂਹ ਵਾਂਗ ਇਸਤੇਮਾਲ ਕਰਦਾ ਹਾਂ। ਹਰ ਦਿਨ ਮੇਰੀ ਪ੍ਰਾਪਰਟੀ ਕੈਸ਼ ਫਲੋ ਦਿੰਦੀ ਹੈ ਤੇ ਉਹਨਾਂ ਦਾ ਮੁੱਲ ਵੱਧਦਾ ਜਾਂਦਾ ਹੈ। ਛੋਟੀ ਪੂੰਜੀ ਦੇ ਸਟਾਕਸ ਨੂੰ ਤੇਜ਼ ਵਾਧੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਮੈਂ ਆਪਣੇ ਵੱਲੋਂ ਕੀਤੀ ਗਈ ਹਰ ਚੀਜ਼ ਦੀ ਸਿਫਾਰਿਸ਼ ਨਹੀਂ ਕਰਦਾ। ਉਦਾਹਰਨ ਕੇਵਲ ਉਦਾਹਰਨ ਦੇ ਲਈ ਹੈ। ਜੇਕਰ ਅਪੋਰਚੁਨਿਟੀ ਕੰਪਲੈਕਸ ਹੈ ਤੇ ਮੈਂ ਇਨਵੈਸਟਮੈਂਟ ਨੂੰ ਨਹੀਂ ਸਮਝ ਪਾਉਂਦਾ ਤਾਂ ਮੈਂ ਇਨਵੈਸਟਮੈਂਟ ਨਹੀਂ ਕਰਦਾ। ਪੈਸਿਆਂ ਦੇ ਬਾਰੇ ਫੈਸਲਾ ਲੈਣ ਲਈ ਸਾਨੂੰ ਕੇਵਲ ਸਿੰਪਲ ਮੈਥਸ ਤੇ ਕਾਮਨ ਸੈਂਸ ਦੀ ਲੋੜ ਹੁੰਦੀ ਹੈ। ਉਦਾਹਰਨ ਦਾ ਇਸਤੇਮਾਲ ਅੱਗੇ ਦੱਸੇ ਗਏ 5 ਕਾਰਨਾਂ ਕਰਕੇ ਕੀਤਾ ਜਾਂਦਾ ਹੈ। ਲੋਕਾਂ ਨੂੰ ਜ਼ਿਆਦਾ ਸਿੱਖਣ ਲਈ ਮੋਟੀਵੇਟ ਕਰਨ ਲਈ, ਲੋਕਾਂ ਨੂੰ ਇਹ ਦੱਸਣ ਲਈ ਕਿ ਜੇਕਰ ਫਾਊਂਡੇਸ਼ਨ ਮਜ਼ਬੂਤ ਹੈ ਤਾਂ ਪੈਸਿਆਂ ਦਾ ਮਹਿਲ ਬਣਾਉਣਾ ਸੌਖਾ ਹੈ, ਇਹ ਦੱਸਣ ਲਈ ਕਿ ਕੋਈ ਵੀ ਢੇਰ ਸਾਰਾ ਪੈਸਾ ਬਣਾ ਸਕਦਾ ਹੈ, ਇਹ ਦਿਖਾਉਣ ਲਈ ਕਿ ਤੁਹਾਡੇ ਗੋਲਸ ਨੂੰ ਹਾਸਿਲ ਕਰਨ ਦੇ ਕਰੋੜਾਂ ਤਰੀਕੇ ਹਨ ਅਤੇ ਇਹ ਦੱਸਣ ਲਈ ਕਿ ਇਹ ਕੋਈ ਰਾਕੇਟ ਸਾਇੰਸ ਨਹੀਂ ਹੈ।
1989 ਚ ਮੈਂ ਓਰੇਗੋਨ ਦੇ ਪੋਰਟਲੈਂਡ ਦੀ ਇੱਕ ਖੂਬਸੂਰਤ ਜਗ੍ਹਾ ਉੱਤੇ ਜੋਗਿੰਗ ਕਰਿਆ ਕਰਦਾ ਸੀ। ਇਹ ਇੱਕ ਉਪਨਗਰ ਸੀ ਜਿੱਥੇ ਛੋਟੇ-ਛੋਟੇ ਘਰ ਬਣੇ ਹੋਏ ਸਨ। ਉਹ ਛੋਟੇ ਤੇ ਸੁੰਦਰ ਸਨ। ਹਰ ਕਿਤੇ ਮੈਨੂੰ ਵਿਕਾਊ ਹਨ ਯਾਨੀ ਕਿ ਫॉर ਸੇਲ ਦੇ ਬੋਰਡ ਦਿਖਾਈ ਦਿੰਦੇ ਸਨ। ਟਿੰਬਰ ਮਾਰਕੀਟ ਦਾ ਬੜਾ ਮਾੜਾ ਹਾਲ ਸੀ। ਸਟਾਕ ਮਾਰਕੀਟ 'ਚ ਕ੍ਰੈਸ਼ ਹੋਇਆ ਤੇ ਅਰਥ ਵਿਵਸਥਾ ਵਿੱਚ ਮੰਦੀ ਸੀ। ਇੱਕ ਸੜਕ ਤੇ ਮੈਂ ਇੱਕ ਵਿਕਾਊ ਹਨ ਦਾ ਬੋਰਡ ਦੇਖਿਆ ਜਿਹੜਾ ਕਿ ਉੱਥੇ ਕਾਫੀ ਲੰਮੇ ਸਮੇਂ ਤੋਂ ਲੱਗਿਆ ਹੋਇਆ ਸੀ। ਇਹ ਪੁਰਾਣਾ ਦਿਖ ਰਿਹਾ ਸੀ। ਇੱਕ ਦਿਨ ਇਹਨਾਂ ਦੇ ਕੋਲ ਜੋਗਿੰਗ ਕਰਦੇ ਸਮੇਂ ਮੇਰੀ ਮੁਲਾਕਾਤ ਇਸ ਦੇ ਮਾਲਕ ਨਾਲ ਹੋ ਗਈ ਜੋ ਕਿ ਬਹੁਤ ਪਰੇਸ਼ਾਨ ਦਿਖ ਰਿਹਾ ਸੀ। ਮੈਂ ਪੁੱਛਿਆ, ਤੁਸੀਂ ਆਪਣੇ ਘਰ ਦੀ ਕੀ ਕੀਮਤ ਲਾਈ ਹੈ? ਮਾਲਕ ਘੁੰਮਿਆ ਤੇ ਉਸਨੇ ਬੜੀ ਫਿੱਕੀ ਮੁਸਕਰਾਹਟ ਨਾਲ ਕਿਹਾ, ਤੁਸੀਂ ਕੀਮਤ ਲਾ ਲਓ। ਇਹ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਵਿਕਾਊ ਹੈ ਤੇ ਹੁਣ ਤੱਕ ਕੋਈ ਵੀ ਇਸ ਨੂੰ ਦੇਖਣ ਤੱਕ ਨਹੀਂ ਆਇਆ। ਮੈਂ ਇਸ ਨੂੰ ਦੇਖਣਾ ਚਾਹੁੰਦਾ ਹਾਂ, ਮੈਂ ਕਿਹਾ, ਤੇ ਅੱਧੇ ਘੰਟੇ ਬਾਅਦ ਮੈਂ ਉਸ ਨੂੰ 20 ਲੱਖ ਰੁਪਏ 'ਚ ਖਰੀਦ ਲਿਆ ਜਿਹੜਾ ਉਸ ਕੋਲੋਂ ਮੰਗੀ ਗਈ ਕੀਮਤ ਤੋਂ ਬਹੁਤ ਘੱਟ ਸੀ। ਇਹ 2 ਬੈੱਡਰੂਮ ਦਾ ਛੋਟਾ ਜਿਹਾ ਸੋਹਣਾ ਘਰ ਸੀ ਜਿਸ ਦੀਆਂ ਖਿੜਕੀਆਂ ਤੇ ਜਿੰਜਰਬ੍ਰੈਡ ਟਿਮ ਸੀ। ਇਹ 1930 ਦਾ ਬਣਿਆ ਹੋਇਆ ਸੀ ਤੇ ਇਸ ਦਾ ਰੰਗ ਹਲਕਾ ਨੀਲਾ ਸੀ। ਅੰਦਰ ਇੱਕ ਸੁੰਦਰ ਚਟਾਨੀ ਫਾਇਰਪਲੇਸ ਅਤੇ ਛੋਟੇ-ਛੋਟੇ 2 ਬੈੱਡਰੂਮ ਸਨ। ਇਹ ਕਿਰਾਏ ਉੱਤੇ ਦੇਣ ਲਈ ਇੱਕ ਵਧੀਆ ਘਰ ਸੀ। ਇਸ ਘਰ ਦੀ ਕੀਮਤ ਘੱਟ ਤੋਂ ਘੱਟ 45 ਲੱਖ ਹੋਵੇਗੀ ਜਿਹੜਾ ਕਿ ਮੈਂ 20 ਲੱਖ ਰੁਪਏ 'ਚ ਖਰੀਦਿਆ ਸੀ, ਜਿਸ ਵਾਸਤੇ ਮੈਂ 5 ਲੱਖ ਰੁਪਏ ਕੈਸ਼ ਦਿੱਤੇ ਅਤੇ 15 ਲੱਖ ਬੈਂਕ ਤੋਂ ਲੋਨ ਲੈ ਕੇ ਦਿੱਤਾ। ਇਸ ਘਰ ਦੀ ਨਾਰਮਲ ਸਮੇਂ 'ਚ ਕੀਮਤ 65 ਲੱਖ ਹੋਵੇਗੀ। ਪਰ ਦਿੱਕਤ ਇਹ ਸੀ ਕਿ ਹੁਣ ਮਾਰਕੀਟ ਡਾਊਨ ਹੋਣ ਦੇ ਕਾਰਨ ਇਸ ਨੂੰ ਕੋਈ ਖਰੀਦ ਨਹੀਂ ਰਿਹਾ ਸੀ। ਮਾਲਕ ਨੇ 1 ਹਫ਼ਤੇ 'ਚ ਇਸ ਨੂੰ ਖਾਲੀ ਕਰ ਦਿੱਤਾ ਤੇ ਉਹ ਇਸ ਤੋਂ ਪਿੱਛਾ ਛੁਡਾ ਕੇ ਖੁਸ਼ ਹੋਇਆ। ਮੇਰਾ ਪਹਿਲਾ ਕਿਰਾਏਦਾਰ ਉੱਥੇ ਆ ਗਿਆ ਜੋ ਕਿ ਇੱਕ ਲੋਕਲ ਕਾਲਜ ਵਿੱਚ ਪ੍ਰੋਫੈਸਰ ਸੀ। ਲੋਨ ਦੀ ਇੰਸਟਾਲਮੈਂਟ, ਖਰਚ ਅਤੇ ਮੈਨੇਜਮੈਂਟ ਫੀਸ ਚੁਕਾਉਣ ਤੋਂ ਬਾਅਦ ਹਰ ਮਹੀਨੇ ਮੇਰੀ ਜੇਬ ਵਿੱਚ 4000 ਰੁਪਏ ਆ ਜਾਂਦੇ ਸਨ ਜੋ ਕਿ ਬਹੁਤ ਵੱਡੀ ਰਕਮ ਨਹੀਂ ਸੀ। 1 ਸਾਲ ਬਾਅਦ ਓਰੇਗੋਨ ਦਾ ਰੀਅਲ ਐਸਟੇਟ ਮੰਦੀ ਤੋਂ ਉੱਭਰ ਆਇਆ ਅਤੇ ਵਧਣ ਲੱਗਾ ਜਿਸ ਦੇ ਕਾਰਨ ਖਰੀਦਦਾਰ ਵੀ ਵਧਣ ਲੱਗੇ। ਮੈਂ ਛੋਟੇ ਜਿਹੇ ਘਰ ਨੂੰ ਕੈਲੀਫੋਰਨੀਆ ਤੋਂ ਆਏ ਇੱਕ ਯੰਗ ਕਪਲ ਨੂੰ 95 ਲੱਖ ਰੁਪਏ ਵਿੱਚ ਵੇਚ ਦਿੱਤਾ ਜਿਹੜਾ ਕਿ ਉਹਨਾਂ ਨੂੰ ਬਹੁਤ ਸਸਤਾ ਸੌਦਾ ਲੱਗ ਰਿਹਾ ਸੀ। ਇਸ ਸੌਦੇ ਦੇ ਕਾਰਨ ਮੈਨੂੰ ਲਗਭਗ 45 ਲੱਖ ਦਾ ਕੈਪੀਟਲ ਗੇਨ ਹੋਇਆ ਜਿਸ ਨੂੰ ਮੈਂ 1031 ਦੇ ਟੈਕਸ ਫ੍ਰੀ ਐਕਸਚੇਂਜ 'ਚ ਰੱਖ ਦਿੱਤਾ ਅਤੇ ਮੈਂ ਫਿਰ ਕੋਈ ਵੱਡੀ ਪ੍ਰਾਪਰਟੀ ਖਰੀਦਣ ਦੇ ਲਈ ਚੱਲ ਪਿਆ। ਆਈ ਹੋਪ ਤੁਹਾਨੂੰ 1031 ਐਕਸਚੇਂਜ ਯਾਦ ਹੋਵੇਗਾ ਜੋ ਮੈਂ ਪਿਛਲੇ ਚੈਪਟਰ 'ਚ ਤੁਹਾਨੂੰ ਦੱਸਿਆ ਸੀ। ਇਹ ਅਮਰੀਕਾ ਦਾ ਇੱਕ ਲਾਅ ਹੈ ਜਿਸ ਵਿੱਚ ਤੁਸੀਂ ਇੱਕ ਘਰ ਨੂੰ ਵੇਚ ਕੇ ਉਸਦੇ ਪ੍ਰੋਫਿਟ ਨਾਲ ਕੋਈ ਦੂਸਰਾ ਘਰ ਖਰੀਦ ਲੈਂਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗੇਗਾ। ਐਨੀਵੇਜ਼, ਰੌਬਰਟ ਕਹਿੰਦੇ ਹਨ ਕਿ ਇਸ ਤੋਂ 1 ਮਹੀਨੇ ਬਾਅਦ ਹੀ ਮੈਨੂੰ ਬੀਵਰਟਨ, ਓਰੇਗੋਨ ਵਿੱਚ ਇੰਟੈਲ ਪਲਾਂਟ ਦੇ ਕੋਲ ਇੱਕ 12 ਯੂਨਿਟ ਦਾ ਅਪਾਰਟਮੈਂਟ ਮਿਲ ਗਿਆ। ਉਸ ਦੇ ਮਾਲਕ ਜਰਮਨੀ ਵਿੱਚ ਰਹਿੰਦੇ ਸਨ ਅਤੇ ਉਹਨਾਂ ਨੂੰ ਇਸ ਦੀ ਕੀਮਤ ਦਾ ਅੰਦਾਜ਼ਾ ਹੀ ਨਹੀਂ ਸੀ। ਮੈਂ 4.5 ਕਰੋੜ ਦੀ ਬਿਲਡਿੰਗ ਦੇ ਲਈ 3.25 ਕਰੋੜ ਦੀ ਪੇਸ਼ਕਸ਼ ਕੀਤੀ। ਉਹ 3 ਕਰੋੜ ਰੁਪਏ ਵਿੱਚ ਮੰਨ ਗਏ ਅਤੇ ਮੈਂ ਉਸ ਨੂੰ ਖਰੀਦ ਲਿਆ ਅਤੇ ਇਸ ਨੂੰ 2 ਸਾਲਾਂ ਤੱਕ ਆਪਣੇ ਕੋਲ ਰੱਖਿਆ ਅਤੇ ਫਿਰ ਉਸੇ 1031 ਐਕਸਚੇਂਜ ਪ੍ਰੋਸੈਸ ਦਾ ਫਾਇਦਾ ਉਠਾਉਂਦੇ ਹੋਏ ਮੈਂ ਉਸ ਬਿਲਡਿੰਗ ਨੂੰ 4.5 ਕਰੋੜ ਰੁਪਏ ਵਿੱਚ ਵੇਚ ਦਿੱਤਾ ਅਤੇ ਐਰੀਜ਼ੋਨਾ, ਫੀਨਿਕਸ 'ਚ 30 ਯੂਨਿਟ ਦਾ ਅਪਾਰਟਮੈਂਟ ਖਰੀਦ ਲਿਆ। ਉਦੋਂ ਤੱਕ ਅਸੀਂ ਫੀਨਿਕਸ ਚਲੇ ਗਏ ਸੀ ਅਤੇ ਅਸੀਂ ਉਂਝ ਵੀ ਇਸ ਨੂੰ ਵੇਚਣਾ ਹੀ ਸੀ। ਪਹਿਲਾਂ ਜਿਹੜਾ ਹਾਲ ਓਰੇਗੋਨ ਦੀ ਮਾਰਕੀਟ ਦਾ ਸੀ ਉਹੀ ਮੰਦੀ ਦਾ ਹਾਲ ਫੀਨਿਕਸ ਰੀਅਲ ਐਸਟੇਟ ਮਾਰਕੀਟ 'ਚ ਵੀ ਦੇਖਣ ਨੂੰ ਮਿਲਿਆ। ਫੀਨਿਕਸ 'ਚ 30 ਯੂਨਿਟ ਦੇ ਇੱਕ ਅਪਾਰਟਮੈਂਟ ਦੀ ਕੀਮਤ 8.5 ਕਰੋੜ ਰੁਪਏ ਸੀ ਜਿਸ ਵਿੱਚੋਂ 2.25 ਕਰੋੜ ਰੁਪਏ ਯਾਨੀ 2.25 ਕਰੋੜ ਰੁਪੀਜ਼ ਡਾਊਨ ਪੇਮੈਂਟ ਦੇਣੀ ਸੀ। 30 ਯੂਨਿਟ ਤੋਂ ਆਉਣ ਵਾਲਾ ਕੈਸ਼ ਫਲੋ 5 ਲੱਖ ਰੁਪਏ ਹਰ ਮਹੀਨੇ ਤੋਂ ਕੁਝ ਜ਼ਿਆਦਾ ਸੀ। ਐਰੀਜ਼ੋਨਾ ਦੀ ਮਾਰਕੀਟ ਵੀ ਵਧਣ ਲੱਗੀ ਅਤੇ 1996 'ਚ ਕੋਲੋਰਾਡੋ ਦੇ ਇੱਕ ਇਨਵੈਸਟਰ ਨੇ ਸਾਨੂੰ ਉਸ ਪ੍ਰਾਪਰਟੀ ਦੇ ਲਈ 12 ਕਰੋੜ ਰੁਪਏ ਦੇਣ ਦਾ ਆਫਰ ਦਿੱਤਾ। ਮੇਰੀ ਪਤਨੀ ਅਤੇ ਮੈਂ ਵੇਚਣ ਉੱਤੇ ਵਿਚਾਰ ਕਰ ਰਹੇ ਸੀ ਪਰ ਅਸੀਂ ਇਹ ਦੇਖਣ ਦਾ ਇੰਤਜ਼ਾਰ ਕੀਤਾ ਕਿ ਕੀ ਕਾਂਗਰਸ ਕੈਪੀਟਲ ਗੇਨ ਕਾਨੂੰਨਾਂ ਵਿੱਚ ਪਰਿਵਰਤਨ ਕਰੇਗੀ। ਜੇਕਰ ਉਹ ਪਰਿਵਰਤਨ ਕਰਦੀ ਹੈ ਤਾਂ ਪ੍ਰਾਪਰਟੀ ਦੀ ਕੀਮਤ 15 ਤੋਂ 20% ਤੱਕ ਵੱਧ ਜਾਵੇਗੀ। ਇਸ ਤੋਂ ਇਲਾਵਾ ਹਰ ਮਹੀਨੇ 5 ਲੱਖ ਰੁਪਏ ਮਿਲਦੇ ਰਹਿਣਾ ਚੰਗਾ ਲੱਗਦਾ ਸੀ। ਇਸ ਉਦਾਹਰਨ ਵਿੱਚ ਮੁੱਦੇ ਦੀ ਗੱਲ ਇਹ ਸੀ ਕਿ ਕਿਵੇਂ ਇੱਕ ਛੋਟੀ ਜਿਹੀ ਰਕਮ ਇੱਕ ਵੱਡੀ ਰਕਮ 'ਚ ਬਦਲੀ ਜਾ ਸਕਦੀ ਹੈ। ਇੱਕ ਵਾਰ ਫਿਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਸ ਦੇ ਲਈ ਫਾਈਨੈਂਸ਼ੀਅਲ ਸਟੇਟਮੈਂਟਸ, ਨਿਵੇਸ਼ ਦੀ ਰਣਨੀਤੀ, ਬਾਜ਼ਾਰ ਦੀ ਸਮਝ, ਕਾਨੂੰਨਾਂ ਦੀ ਜਾਣਕਾਰੀ ਹੋਣੀ ਲੋੜੀਂਦੀ ਹੈ। ਜੇਕਰ ਲੋਕ ਇਹਨਾਂ ਵਿਸ਼ਿਆਂ ਦੇ ਬਾਰੇ ਜਾਣਕਾਰੀ ਨਹੀਂ ਰੱਖਦੇ ਹਨ ਤਾਂ ਸਪਸ਼ਟ ਤੌਰ ਤੇ ਉਹ ਸਟੈਂਡਰਡ ਸਲਾਹ ਦਾ ਪਾਲਣ ਕਰਨਗੇ ਜਿਹੜੀ ਕਹਿੰਦੀ ਹੈ ਕਿ ਸੇਫ ਇਨਵੈਸਟਮੈਂਟ ਕਰੋ, ਜਿਹੜੀ ਕਹਿੰਦੀ ਹੈ ਕਿ ਸੁਰੱਖਿਅਤ ਖੇਡ ਖੇਡਣਾ ਚਾਹੀਦਾ ਹੈ ਤੇ ਸੁਰੱਖਿਅਤ ਨਿਵੇਸ਼ਾਂ 'ਚ ਪੈਸਾ ਲਗਾਉਣਾ ਚਾਹੀਦਾ ਹੈ। ਸੇਫ ਇਨਵੈਸਟਮੈਂਟ ਜਾਂ ਸੁਰੱਖਿਅਤ ਨਿਵੇਸ਼ਾਂ ਨਾਲ ਸਮੱਸਿਆ ਇਹ ਹੈ ਕਿ ਆਮ ਕਰਕੇ ਬਹੁਤ ਘੱਟ ਮੁਨਾਫਾ ਮਿਲਦਾ ਹੈ। ਉਹਨਾਂ ਨੂੰ ਇੰਨਾ ਸੁਰੱਖਿਅਤ ਬਣਾ ਦਿੱਤਾ ਜਾਂਦਾ ਹੈ ਕਿ ਉਹਨਾਂ ਤੋਂ ਮਿਲਣ ਵਾਲਾ ਮੁਨਾਫਾ ਘਟ ਜਾਂਦਾ ਹੈ। ਜ਼ਿਆਦਾਤਰ ਵੱਡੇ ਬ੍ਰੋਕਰ ਹਾਊਸਿਸ ਰਿਸਕ ਭਰੇ ਸੌਦਿਆਂ ਤੋਂ ਬਚਦੇ ਹਨ ਤਾਂ ਕਿ ਉਹ ਆਪਣੇ ਵੱਲੋਂ ਆਪਣੇ ਗਾਹਕਾਂ ਦੀ ਸੁਰੱਖਿਆ ਕਰ ਸਕਣ ਤੇ ਇਹ ਨੀਤੀ ਸਮਝਦਾਰੀ ਦੀ ਵੀ ਹੈ।
ਅਸਲੀ ਗਰਮ ਸੌਦੇ ਨਵੇਂ ਸਿੱਖਣ ਵਾਲਿਆਂ ਨੂੰ ਨਹੀਂ ਦਿੱਤੇ ਜਾਂਦੇ। ਆਮ ਕਰਕੇ ਬੈਸਟ ਡੀਲਸ ਉਹਨਾਂ ਲੋਕਾਂ ਲਈ ਰੱਖੇ ਜਾਂਦੇ ਹਨ ਜਿਹੜੇ ਇਸ ਖੇਡ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਅਤੇ ਇਹ ਡੀਲਸ ਅਮੀਰਾਂ ਨੂੰ ਹੋਰ ਵੀ ਅਮੀਰ ਬਣਾ ਦਿੰਦੀਆਂ ਹਨ। ਉਂਝ ਵੀ ਇਸ ਤਰ੍ਹਾਂ ਰਿਸਕ ਭਰੀਆਂ ਡੀਲਸ ਨਵੇਂ ਸਿੱਖਣ ਵਾਲਿਆਂ ਦੇ ਸਾਹਮਣੇ ਰੱਖਣਾ ਤਕਨੀਕੀ ਤੌਰ 'ਤੇ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ, ਪਰ ਇਸ ਤਰ੍ਹਾਂ ਕਦੇ-ਕਦਾਈ ਹੀ ਹੁੰਦਾ ਹੈ। ਮੈਂ ਜਿੰਨਾ ਜ਼ਿਆਦਾ ਦੁਨੀਆਦਾਰ ਹੁੰਦਾ ਜਾਂਦਾ ਹਾਂ, ਉਨੇ ਹੀ ਜ਼ਿਆਦਾ ਅਵਸਰ ਮੈਨੂੰ ਮਿਲਦੇ ਚਲੇ ਜਾਂਦੇ ਹਨ। ਜ਼ਿੰਦਗੀ 'ਚ ਫਾਈਨੈਂਸ਼ੀਅਲ ਬੁੱਧੀ ਵਿਕਸਿਤ ਕਰਨ ਦਾ ਇੱਕ ਹੋਰ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਤੁਹਾਡੇ ਸਾਹਮਣੇ ਜ਼ਿਆਦਾ ਮੌਕੇ ਆਉਂਦੇ ਹਨ, ਤੇ ਤੁਹਾਡੀ ਫਾਈਨੈਂਸ਼ੀਅਲ ਬੁੱਧੀ ਜਿੰਨੀ ਜ਼ਿਆਦਾ ਵੱਧਦੀ ਜਾਂਦੀ ਹੈ, ਤੁਹਾਡੇ ਲਈ ਇਹ ਦੱਸਣਾ ਓਨਾ ਹੀ ਸੌਖਾ ਹੋ ਜਾਂਦਾ ਹੈ ਕਿ ਕੋਈ ਸੌਦਾ ਚੰਗਾ ਹੈ ਜਾਂ ਮਾੜਾ। ਤੁਹਾਡੀ ਬੁੱਧੀ ਇੱਕਦਮ ਇੱਕ ਮਾੜੇ ਸੌਦੇ ਦੀ ਪਹਿਚਾਣ ਕਰ ਸਕਦੀ ਹੈ ਜਾਂ ਫਿਰ ਇੱਕ ਮਾੜੇ ਸੌਦੇ ਨੂੰ ਚੰਗੇ ਸੌਦੇ 'ਚ ਬਦਲ ਸਕਦੀ ਹੈ। ਮੈਂ ਜਿੰਨਾ ਜ਼ਿਆਦਾ ਸਿੱਖਦਾ ਹਾਂ ਤੇ ਸਿੱਖਣ ਦੇ ਲਈ ਅਜੇ ਬੜਾ ਕੁਝ ਬਾਕੀ ਹੈ। ਮੈਂ ਓਨਾ ਹੀ ਜ਼ਿਆਦਾ ਪੈਸਾ ਸਿਰਫ ਇਸ ਲਈ ਕਮਾਉਂਦਾ ਹਾਂ ਕਿਉਂਕਿ ਸਮੇਂ ਦੇ ਨਾਲ-ਨਾਲ ਮੇਰਾ ਤਜਰਬਾ ਤੇ ਬੁੱਧੀ ਵੱਧਦੀ ਜਾਂਦੀ ਹੈ। ਮੇਰੇ ਕੁਝ ਦੋਸਤ ਹੁਣ ਵੀ ਸੁਰੱਖਿਅਤ ਖੇਡ ਖੇਡ ਰਹੇ ਹਨ ਤੇ ਆਪਣੇ ਪ੍ਰੋਫੈਸ਼ਨ 'ਚ ਕਰੜੀ ਮਿਹਨਤ ਕਰ ਰਹੇ ਹਨ, ਪਰ ਉਹਨਾਂ ਦੀ ਫਾਈਨੈਂਸ਼ੀਅਲ ਬੁੱਧੀ ਵਿਕਸਿਤ ਨਹੀਂ ਹੋ ਪਾਈ, ਜਿਸ ਦੇ ਵਿਕਸਿਤ ਹੋਣ 'ਚ ਬੜਾ ਟਾਈਮ ਲੱਗਦਾ ਹੈ। ਮੇਰੀ ਟੋਟਲ ਫਿਲਾਸਫੀ ਹੈ ਆਪਣੀ ਸੰਪੱਤੀ ਐਸੈਟਸ ਵਾਲੇ ਕਾਲਮ ਵਿੱਚ ਬੀਜ ਬੀਜਣਾ। ਇਹ ਮੇਰਾ ਫਾਰਮੂਲਾ ਹੈ। ਮੈਂ ਇਸ ਨੂੰ ਛੋਟੇ ਪੈਮਾਨੇ ਤੋਂ ਸ਼ੁਰੂ ਕਰਦਾ ਹਾਂ ਤੇ ਬੀਜ ਦਿੰਦਾ ਹਾਂ। ਕੁਝ ਬੀਜ ਪੁੰਗਰ ਪੈਂਦੇ ਹਨ ਤੇ ਕੁਝ ਨਹੀਂ। ਸਾਡੇ ਰੀਅਲ ਐਸਟੇਟ ਕਾਰਪੋਰੇਸ਼ਨ ਵਿੱਚ ਸਾਡੇ ਕੋਲ ਕਰੋੜਾਂ ਡਾਲਰ ਦੀ ਪ੍ਰਾਪਰਟੀ ਹੈ। ਇਹ ਸਾਡਾ ਆਪਣਾ REIT ਯਾਨੀ ਰੀਅਲ ਐਸਟੇਟ ਇਨਵੈਸਟਮੈਂਟ ਟਰਸਟ ਹੈ। ਹੁਣ ਮੈਂ ਤੁਹਾਨੂੰ ਇੱਕ ਪਤੇ ਦੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਕਰੋੜਾਂ ਵਿੱਚੋਂ ਕਈ ਪ੍ਰਾਪਰਟੀਜ਼ ਤਾਂ 5,000 ਤੋਂ 10,000 ਦੇ ਨਿਵੇਸ਼ ਤੋਂ ਸ਼ੁਰੂ ਹੋਈਆਂ ਸਨ। ਨਕਦ ਪੈਸੇ ਨਾਲ ਖਰੀਦੀਆਂ ਗਈਆਂ ਇਹ ਪ੍ਰਾਪਰਟੀਜ਼ ਖੁਸ਼ਕਿਸਮਤੀ ਨਾਲ ਤੇਜ਼ੀ ਨਾਲ ਵੱਧਦੇ ਬਾਜ਼ਾਰ 'ਚ ਜ਼ਿਆਦਾ ਕੀਮਤੀ ਹੋ ਗਈਆਂ ਸਨ ਤੇ ਟੈਕਸ ਤੋਂ ਮੁਕਤ ਰਹਿੰਦੇ ਹੋਏ ਇਹਨਾਂ ਨੂੰ ਖਰੀਦਿਆ ਤੇ ਵੇਚਿਆ ਗਿਆ ਸੀ, ਅਤੇ ਇਸ ਤਰ੍ਹਾਂ ਕਈ ਸਾਲਾਂ ਤੱਕ ਕੀਤਾ ਗਿਆ ਸੀ। ਸਾਡਾ ਇੱਕ ਸਟਾਕ ਪੋਰਟਫੋਲੀਓ ਵੀ ਹੈ, ਜਿਸ ਨੂੰ ਮੈਂ ਤੇ ਮੇਰੀ ਪਤਨੀ ਸਾਡਾ ਪਰਸਨਲ ਮਿਊਚੁਅਲ ਫੰਡ ਕਹਿੰਦੇ ਹਾਂ। ਸਾਡੇ ਕੁਝ ਦੋਸਤ ਸਾਡੇ ਵਰਗੇ ਨਿਵੇਸ਼ਕਾਂ ਦੇ ਨਾਲ ਹੀ ਬਿਜ਼ਨਸ ਕਰਦੇ ਹਨ, ਜਿਨ੍ਹਾਂ ਦੇ ਕੋਲ ਹਰ ਮਹੀਨੇ ਨਿਵੇਸ਼ ਕਰਨ ਦੇ ਲਈ ਕੁਝ ਨਾ ਕੁਝ ਪੈਸਾ ਹੁੰਦਾ ਹੈ। ਅਸੀਂ ਜ਼ਿਆਦਾਤਰ ਰਿਸਕ ਚੁੱਕਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਦੇ ਸ਼ੇਅਰ ਖਰੀਦਦੇ ਹਾਂ, ਜਿਹੜੀਆਂ ਕਿ ਅਮਰੀਕਾ ਜਾਂ ਕੈਨੇਡਾ ਵਿੱਚ ਸਟਾਕ ਐਕਸਚੇਂਜ ਤੇ ਪਬਲਿਕ ਹੋਣ ਜਾ ਰਹੀਆਂ ਹਨ। ਪੈਸਾ ਕਿੰਨੀ ਤੇਜ਼ੀ ਨਾਲ ਵੱਧਦਾ ਹੈ, ਇਸ ਦਾ ਉਦਾਹਰਨ ਇਸ ਤਰ੍ਹਾਂ ਦੇਖੋ। ਅਸੀਂ ਕੰਪਨੀ ਦੇ ਪਬਲਿਕ ਹੋਣ ਤੋਂ ਪਹਿਲਾਂ 25 ਰੁਪਏ ਪ੍ਰਤੀ ਸ਼ੇਅਰ ਦੀ ਦਰ ਤੇ 1 ਲੱਖ ਸ਼ੇਅਰ ਖਰੀਦੇ। 6 ਮਹੀਨਿਆਂ ਬਾਅਦ ਜਦੋਂ ਕੰਪਨੀ ਸ਼ੇਅਰ ਬਾਜ਼ਾਰ ਵਿੱਚ ਰਜਿਸਟਰ ਹੋ ਗਈ ਤਾਂ ਉਸਦੇ ਸ਼ੇਅਰ ਦੇ ਭਾਅ 200 ਰੁਪਏ ਪ੍ਰਤੀ ਸ਼ੇਅਰ ਹੋ ਗਏ। ਇਹੋ ਜਿਹੇ ਵੀ ਕਈ ਸਾਲ ਰਹੇ ਹਨ ਜਦੋਂ ਸਾਡੇ 25 ਲੱਖ ਰੁਪਏ 1 ਸਾਲ ਤੋਂ ਵੀ ਘੱਟ ਸਮੇਂ ਅੰਦਰ 1 ਕਰੋੜ ਰੁਪਏ ਬਣ ਗਏ। ਇਹ ਜੂਆ ਨਹੀਂ ਹੈ ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ। ਇਹ ਜੂਆ ਹੈ ਜੇਕਰ ਤੁਸੀਂ ਸੌਦੇ ਵਿੱਚ ਆਪਣਾ ਪੈਸਾ ਸੁੱਟ ਰਹੇ ਹੋ ਅਤੇ ਰੱਬ ਕੋਲੋਂ ਸਫਲ ਹੋਣ ਲਈ ਦੁਆ ਕਰ ਰਹੇ ਹੋ। ਤੁਹਾਨੂੰ ਆਪਣੇ ਤਕਨੀਕੀ ਗਿਆਨ, ਬੁੱਧੀ ਤੇ ਖੇਡ ਦੇ ਪ੍ਰਤੀ ਪ੍ਰੇਮ ਦੀ ਲੋੜ ਹੋਵੇਗੀ ਤਾਂ ਕਿ ਰਿਸਕ ਘੱਟ ਤੋਂ ਘੱਟ ਰਹਿਣ। ਉਂਝ ਰਿਸਕ ਤਾਂ ਹੁੰਦੇ ਹੀ ਹਨ। ਇਹ ਫਾਈਨੈਂਸ਼ੀਅਲ ਬੁੱਧੀ ਹੁੰਦੀ ਹੈ ਜਿਸ ਨਾਲ ਤੁਹਾਡੀ ਸਫਲਤਾ ਦੇ ਮੌਕੇ ਵੱਧ ਜਾਂਦੇ ਹਨ। ਇਸੇ ਕਾਰਨ ਜਿਹੜੀ ਚੀਜ਼ ਇੱਕ ਆਦਮੀ ਲਈ ਰਿਸਕ ਨਾਲ ਭਰੀ ਹੁੰਦੀ ਹੈ, ਉਹ ਦੂਜੇ ਆਦਮੀ ਵਾਸਤੇ ਰਿਸਕ ਭਰੀ ਨਹੀਂ ਹੁੰਦੀ। ਇਹੀ ਉਹ ਬੇਸਿਕ ਕਾਰਨ ਹੈ ਜਿਸ ਕਾਰਨ ਮੈਂ ਲੋਕਾਂ ਨੂੰ ਲਗਾਤਾਰ ਮੋਟੀਵੇਟ ਕਰਦਾ ਹਾਂ ਕਿ ਉਹ ਸਟਾਕ, ਰੀਅਲ ਐਸਟੇਟ ਜਾਂ ਦੂਜੇ ਬਾਜ਼ਾਰਾਂ 'ਚ ਨਿਵੇਸ਼ ਕਰਨ ਦੀ ਬਜਾਏ ਫਾਈਨੈਂਸ਼ੀਅਲ ਨੌਲੇਜ ਵਿੱਚ ਨਿਵੇਸ਼ ਕਰਨ। ਤੁਸੀਂ ਜਿੰਨੇ ਜ਼ਿਆਦਾ ਸਮਾਰਟ ਹੋਵੋਗੇ, ਤੁਹਾਡੇ ਸਫਲ ਹੋਣ ਦੇ ਚਾਂਸ ਉਨੇ ਹੀ ਜ਼ਿਆਦਾ ਹੋਣਗੇ। ਰੀਅਲ ਐਸਟੇਟ ਉੱਤੇ ਇੱਕ ਹੋਰ ਗੱਲ, ਮੈਂ ਸਾਰੀ ਦੁਨੀਆ ਘੁੰਮਿਆ ਹਾਂ ਤੇ ਮੈਂ ਹਰ ਥਾਂ ਉੱਤੇ ਨਿਵੇਸ਼ ਕਰਨਾ ਸਿਖਾਇਆ ਹੈ। ਹਰ ਸ਼ਹਿਰ 'ਚ ਮੈਨੂੰ ਇਹ ਸੁਣਨ ਨੂੰ ਮਿਲਿਆ ਕਿ ਰੀਅਲ ਐਸਟੇਟ ਨੂੰ ਸਸਤੇ 'ਚ ਨਹੀਂ ਖਰੀਦਿਆ ਜਾ ਸਕਦਾ। ਇਹ ਮੇਰਾ ਤਜਰਬਾ ਨਹੀਂ ਹੈ। ਨਿਊਯਾਰਕ ਜਾਂ ਟੋਕੀਓ 'ਚ ਜਾਂ ਸ਼ਹਿਰ ਤੋਂ ਥੋੜੀ ਦੂਰੀ ਤੇ ਇਹੋ ਜਿਹੇ ਸ਼ਾਨਦਾਰ ਮੌਕੇ ਹਨ ਜਿਨ੍ਹਾਂ ਨੂੰ ਜ਼ਿਆਦਾਤਰ ਲੋਕਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਸਿੰਗਾਪੁਰ 'ਚ ਜਿੱਥੇ ਹੁਣ ਰੀਅਲ ਐਸਟੇਟ ਦੀਆਂ ਕੀਮਤਾਂ ਬਹੁਤ ਜ਼ਿਆਦਾ ਚੱਲ ਰਹੀਆਂ ਹਨ, ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਹਨ ਜਿਹੜੀਆਂ ਚੰਦ ਮਿੰਟਾਂ ਦੀ ਡਰਾਈਵਿੰਗ ਦੀ ਦੂਰੀ ਉੱਤੇ ਹਨ। ਇਸ ਲਈ ਜਦੋਂ ਵੀ ਮੈਂ ਕਿਸੇ ਨੂੰ ਇਹ ਕਹਿੰਦੇ ਸੁਣਦਾ ਹਾਂ ਤੁਸੀਂ ਇੱਥੇ ਇਸ ਤਰ੍ਹਾਂ ਨਹੀਂ ਕਰ ਸਕਦੇ, ਤਾਂ ਮੈਂ ਉਹਨਾਂ ਨੂੰ ਇਹ ਯਾਦ ਦਿਲਾਉਂਦਾ ਹਾਂ ਕਿ ਸ਼ਾਇਦ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ, ਮੈਂ ਨਹੀਂ ਜਾਣਦਾ ਕਿ ਇੱਥੇ ਇਸ ਤਰ੍ਹਾਂ ਕਿਵੇਂ ਕੀਤਾ ਜਾ ਸਕਦਾ ਹੈ। ਸੁਨਹਿਰੀ ਮੌਕੇ ਨੂੰ ਤੁਹਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਉਹਨਾਂ ਨੂੰ ਤੁਹਾਡੇ ਦਿਮਾਗ ਅੰਦਰ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਲੋਕ ਸਿਰਫ ਇਸ ਲਈ ਅਮੀਰ ਨਹੀਂ ਬਣ ਪਾਉਂਦੇ ਕਿਉਂਕਿ ਉਹਨਾਂ ਨੂੰ ਇਹ ਜਾਣਨ ਲਈ ਫਾਈਨੈਂਸ਼ੀਅਲ ਟ੍ਰੇਨਿੰਗ ਹੀ ਨਹੀਂ ਮਿਲੀ ਹੁੰਦੀ ਕਿ ਉਹ ਆਪਣੇ ਸਾਹਮਣੇ ਪਏ ਹੋਏ ਮੌਕਿਆਂ ਨੂੰ ਦੇਖ ਸਕਣ ਤੇ ਉਹਨਾਂ ਨੂੰ ਪਹਿਚਾਣ ਸਕਣ। ਮੈਨੂੰ ਆਮ ਕਰਕੇ ਪੁੱਛਿਆ ਜਾਂਦਾ ਹੈ ਕਿ ਮੈਂ ਸ਼ੁਰੂਆਤ ਕਿਵੇਂ ਕਰਾਂ। ਪਿਛਲੇ ਚੈਪਟਰ ਵਿੱਚ ਮੈਂ ਆਰਥਿਕ ਸੁਤੰਤਰਤਾ ਦੀ ਰਾਹ ਉੱਤੇ ਚੱਲਣ ਵਾਲੇ 10 ਕਦਮਾਂ ਬਾਰੇ ਦੱਸਿਆ ਹੈ, ਪਰ ਇਹ ਹਮੇਸ਼ਾ ਯਾਦ ਰੱਖੋ ਕਿ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਹੈ। ਇਹ ਕੇਵਲ ਇੱਕ ਖੇਡ ਹੈ। ਕਈ ਵਾਰੀ ਤੁਸੀਂ ਜਿੱਤ ਜਾਂਦੇ ਹੋ ਤੇ ਕਈ ਵਾਰੀ ਤੁਹਾਨੂੰ ਸਿਰਫ ਐਕਸਪੀਰੀਅੰਸ ਮਿਲਦੇ ਹਨ, ਪਰ ਹਮੇਸ਼ਾ ਆਨੰਦ ਲਓ। ਜ਼ਿਆਦਾਤਰ ਲੋਕ ਕਦੇ ਨਹੀਂ ਜਿੱਤ ਪਾਉਂਦੇ ਕਿਉਂਕਿ ਉਹਨਾਂ ਨੂੰ ਹਾਰ ਦਾ ਡਰ ਲੱਗਿਆ ਰਹਿੰਦਾ ਹੈ। ਇਸ ਲਈ ਮੈਨੂੰ ਸਕੂਲ ਮੂਰਖਤਾਪੂਰਨ ਲੱਗਦਾ ਹੈ।
ਸਕੂਲ 'ਚ ਅਸੀਂ ਸਿੱਖਦੇ ਹਾਂ ਕਿ ਗਲਤੀਆਂ ਮਾੜੀਆਂ ਹੁੰਦੀਆਂ ਹਨ ਤੇ ਉਹਨਾਂ ਕਾਰਨ ਸਾਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ, ਪਰ ਜੇਕਰ ਇਨਸਾਨਾਂ ਦੇ ਸਿੱਖਣ ਦੀ ਪ੍ਰੋਸੈਸ ਉੱਤੇ ਨਜ਼ਰ ਮਾਰੀਏ ਤਾਂ ਅਸੀਂ ਦੇਖਾਂਗੇ ਕਿ ਇਨਸਾਨ ਗਲਤੀਆਂ ਕਰਕੇ ਹੀ ਸਿੱਖਦਾ ਹੈ। ਅਸੀਂ ਡਿੱਗ ਕੇ ਹੀ ਚੱਲਣਾ ਸਿੱਖ ਪਾਉਂਦੇ ਹਾਂ। ਜੇਕਰ ਅਸੀਂ ਕਦੇ ਡਿੱਗੀਏ ਹੀ ਨਾ ਤਾਂ ਅਸੀਂ ਕਦੇ ਵੀ ਚੱਲ ਨਹੀਂ ਪਾਵਾਂਗੇ। ਇਹੀ ਮੋਟਰਸਾਈਕਲ ਚਲਾਉਣ ਦੇ ਬਾਰੇ ਵੀ ਸਹੀ ਹੈ। ਮੇਰੇ ਗੋਡਿਆਂ ਤੇ ਹੁਣ ਵੀ ਸੱਟਾਂ ਦੇ ਨਿਸ਼ਾਨ ਹਨ, ਪਰ ਅੱਜ ਮੈਂ ਬਿਨਾਂ ਸੋਚੇ ਸਮਝੇ ਮੋਟਰਸਾਈਕਲ ਚਲਾ ਸਕਦਾ ਹਾਂ। ਇਹੀ ਅਮੀਰ ਬਣਨ ਦੇ ਬਾਰੇ ਵੀ ਸਹੀ ਹੈ। ਬਦਕਿਸਮਤੀ ਨਾਲ ਜ਼ਿਆਦਾਤਰ ਲੋਕਾਂ ਦਾ ਅਮੀਰ ਨਾ ਬਣ ਪਾਉਣ ਦਾ ਮੁੱਖ ਕਾਰਨ ਵੀ ਇਹੀ ਹੈ ਕਿ ਉਹ ਹਾਰਨ ਤੋਂ ਡਰਦੇ ਹਨ। ਜਿੱਤਣ ਵਾਲੇ ਹਾਰਨ ਤੋਂ ਨਹੀਂ ਡਰਦੇ, ਪਰ ਹਾਰਨ ਵਾਲੇ ਡਰਦੇ ਹਨ। ਸਫਲਤਾ ਦੀ ਪ੍ਰੋਸੈਸ ਦਾ ਇੱਕ ਭਾਗ ਅਸਫਲਤਾ ਵੀ ਹੈ। ਜਿਹੜੇ ਲੋਕ ਅਸਫਲਤਾ ਤੋਂ ਬਚਦੇ ਹਨ, ਸਫਲਤਾ ਉਹਨਾਂ ਤੋਂ ਬਚਦੀ ਹੈ। ਮੈਂ ਪੈਸੇ ਕਮਾਉਣ ਨੂੰ ਟੈਨਿਸ ਖੇਡਣ ਵਾਂਗ ਮੰਨਦਾ ਹਾਂ। ਮੈਂ ਮਿਹਨਤ ਨਾਲ ਖੇਡਦਾ ਹਾਂ, ਗਲਤੀਆਂ ਕਰਦਾ ਹਾਂ, ਗਲਤੀਆਂ ਨੂੰ ਸੁਧਾਰਦਾ ਹਾਂ ਅਤੇ ਜ਼ਿਆਦਾਤਰ ਗਲਤੀਆਂ ਕਰਦਾ ਹਾਂ, ਗਲਤੀਆਂ ਸੁਧਾਰਦਾ ਹਾਂ ਤੇ ਇਸ ਤਰ੍ਹਾਂ ਮੇਰਾ ਖੇਡ ਸੁਧਰਦਾ ਜਾਂਦਾ ਹੈ। ਜੇਕਰ ਮੈਂ ਖੇਡ ਨੂੰ ਹਾਰ ਜਾਂਦਾ ਹਾਂ ਤਾਂ ਮੈਂ ਨੈੱਟ ਦੇ ਕੋਲ ਜਾ ਕੇ ਆਪਣੇ ਵਿਰੋਧੀਆਂ ਨਾਲ ਹੱਥ ਮਿਲਾਉਂਦਾ ਹਾਂ, ਮੁਸਕਰਾਉਂਦਾ ਹਾਂ ਅਤੇ ਕਹਿੰਦਾ ਹਾਂ, ਅਗਲੇ ਸੈਟਰਡੇ ਫਿਰ ਮਿਲਾਂਗੇ। ਆਮ ਕਰਕੇ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ, ਬੈਂਕ ਮੈਨੂੰ ਕਰਜ਼ ਨਹੀਂ ਦੇ ਰਹੀ ਜਾਂ ਮੇਰੇ ਕੋਲ ਇਸ ਨੂੰ ਖਰੀਦਣ ਦੇ ਲਈ ਪੈਸੇ ਨਹੀਂ ਹਨ। ਜੇਕਰ ਤੁਸੀਂ ਦੂਜੀ ਕਿਸਮ ਦੇ ਨਿਵੇਸ਼ਕ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਿੱਖਣ ਦੀ ਲੋੜ ਹੈ, ਕਿਉਂਕਿ ਇਸੇ ਕਾਰਨ ਜ਼ਿਆਦਾਤਰ ਲੋਕਾਂ ਦੇ ਪਲਾਨ ਠੱਪ ਹੋ ਜਾਂਦੇ ਹਨ। ਦੂਜੇ ਸ਼ਬਦਾਂ 'ਚ ਜ਼ਿਆਦਾਤਰ ਲੋਕ ਸਿਰਫ ਇਸ ਕਰਕੇ ਸੌਦਾ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੇ ਕੋਲ ਪੈਸਾ ਨਹੀਂ ਹੁੰਦਾ। ਜੇਕਰ ਤੁਸੀਂ ਇਹਨਾਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹੋ ਤਾਂ ਤੁਸੀਂ ਇਹੋ ਜਿਹੇ ਲੋਕਾਂ ਤੋਂ ਮੀਲਾਂ ਅੱਗੇ ਵੱਧ ਜਾਵੋਗੇ ਜਿਨ੍ਹਾਂ ਨੇ ਇਹਨਾਂ ਸਕਿੱਲਸ ਨੂੰ ਨਹੀਂ ਸਿੱਖਿਆ। ਇਹੋ ਜਿਹੇ ਕਈ ਮੌਕੇ ਆਏ ਜਦੋਂ ਮੈਂ ਘਰ, ਸਟਾਕ ਜਾਂ ਅਪਾਰਟਮੈਂਟ ਬਿਲਡਿੰਗ ਨੂੰ ਖਰੀਦਿਆ ਹੈ ਜਦੋਂ ਕਿ ਮੇਰੇ ਕੋਲ ਬੈਂਕ 'ਚ ਇੱਕ ਪਾਈ ਵੀ ਨਹੀਂ ਸੀ। ਮੈਂ ਇੱਕ ਅਪਾਰਟਮੈਂਟ ਨੂੰ 12 ਲੱਖ 'ਚ ਖਰੀਦਿਆ। ਮੈਂ ਇਸ ਲਈ ਇੱਕ ਐਗਰੀਮੈਂਟ ਕੀਤਾ ਜਿਹੜਾ ਖਰੀਦਦਾਰ ਤੇ ਵੇਚਣ ਵਾਲੇ ਦੇ ਵਿਚਕਾਰ ਲਿਖਤ ਐਗਰੀਮੈਂਟ ਸੀ। ਫਿਰ ਮੈਂ 1 ਲੱਖ ਦਾ ਡਿਪੋਜ਼ਿਟ ਇਕੱਠਾ ਕੀਤਾ ਜਿਸ ਨਾਲ ਮੈਨੂੰ ਬਾਕੀ ਪੈਸੇ ਜੁਟਾਉਣ ਲਈ 90 ਦਿਨਾਂ ਦੀ ਮੋਹਲਤ ਮਿਲ ਗਈ। ਮੈਂ ਇਸ ਤਰ੍ਹਾਂ ਕਿਉਂ ਕੀਤਾ? ਕਿਉਂਕਿ ਮੈਂ ਜਾਣਦਾ ਸੀ ਕਿ ਇਸ ਦੀ ਅਸਲੀ ਕੀਮਤ 20 ਲੱਖ ਸੀ। ਮੈਂ ਇੰਨੇ ਪੈਸਿਆਂ ਨੂੰ ਕਦੇ ਨਹੀਂ ਜੁਟਾਇਆ। ਇਸ ਦੇ ਬਜਾਏ ਜਿਸ ਵਿਅਕਤੀ ਨੇ ਮੈਨੂੰ 1 ਲੱਖ ਦਿੱਤੇ ਸਨ, ਉਸੇ ਨੇ ਮੈਨੂੰ 50,000 ਹੋਰ ਦੇ ਦਿੱਤੇ ਤਾਂ ਕਿ ਉਹ ਮੇਰੀ ਥਾਂ ਤੇ ਆ ਜਾਏ ਅਤੇ ਇੰਜ ਉਹ ਮੇਰੀ ਥਾਂ ਉੱਤੇ ਆ ਗਿਆ ਤੇ ਮੈਂ ਉਸ ਨਿਵੇਸ਼ ਤੋਂ ਬਾਹਰ ਨਿਕਲ ਗਿਆ। ਮੈਨੂੰ ਇਸ ਕੰਮ 'ਚ ਕੁੱਲ 3 ਦਿਨ ਹੀ ਲੱਗੇ। ਇੱਕ ਵਾਰ ਫਿਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕੀ ਖਰੀਦਦੇ ਹੋ ਇਹ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਤੁਸੀਂ ਕਿੰਨਾ ਜਾਣਦੇ ਹੋ। ਨਿਵੇਸ਼ ਕਰਨਾ ਖਰੀਦਣਾ ਨਹੀਂ ਹੈ, ਇਹ ਇੱਕ ਗਿਆਨ ਹੈ। ਨੰਬਰ 3, ਕਿਸ ਤਰ੍ਹਾਂ ਸਮਾਰਟ ਲੋਕਾਂ ਨੂੰ ਆਰਗੇਨਾਈਜ਼ ਕੀਤਾ ਜਾਵੇ। ਇਹੋ ਜਿਹੇ ਲੋਕ ਸਮਝਦਾਰ ਹੁੰਦੇ ਹਨ ਜਿਹੜੇ ਜਾਂ ਤਾਂ ਆਪਣੇ ਤੋਂ ਜ਼ਿਆਦਾ ਸਮਝਦਾਰ ਲੋਕਾਂ ਦੇ ਨਾਲ ਕੰਮ ਕਰਦੇ ਹਨ ਜਾਂ ਉਹਨਾਂ ਨੂੰ ਕੰਮ ਉੱਤੇ ਰੱਖਦੇ ਹਨ। ਜਦੋਂ ਵੀ ਤੁਹਾਨੂੰ ਸਲਾਹ ਦੀ ਲੋੜ ਹੋਵੇ ਤਾਂ ਇਹ ਪੱਕਾ ਕਰ ਲਓ ਕਿ ਤੁਹਾਡਾ ਸਲਾਹਕਾਰ ਸਮਝਦਾਰ ਹੋਵੇ। ਸਿੱਖਣ ਦੇ ਲਈ ਬਹੁਤ ਕੁਝ ਹੈ। ਇਸ ਦੇ ਰਿਵਾਰਡ ਵੀ ਬਹੁਤ ਕੀਮਤੀ ਹੋ ਸਕਦੇ ਹਨ। ਜੇ ਤੁਸੀਂ ਜੋ ਕੁਝ ਜਾਣਦੇ ਹੋ ਉਹ ਤੁਹਾਡੀ ਸਭ ਤੋਂ ਵੱਡੀ ਪੂੰਜੀ ਹੈ। ਤੁਸੀਂ ਜੋ ਕੁਝ ਨਹੀਂ ਜਾਣਦੇ ਉਹੀ ਤੁਹਾਡਾ ਸਭ ਤੋਂ ਵੱਡਾ ਰਿਸਕ ਹੈ, ਰਿਸਕ ਜੋ ਕਿ ਹਮੇਸ਼ਾ ਰਹਿੰਦਾ ਹੈ। ਇਸ ਲਈ ਇਹਨਾਂ ਤੋਂ ਬਚਣ ਦੀ ਬਜਾਏ ਇਹਨਾਂ ਨੂੰ ਵਿਵਸਥਿਤ ਜਾਂ ਮੈਨੇਜ ਕਰਨਾ ਸਿੱਖਣਾ ਚਾਹੀਦਾ ਹੈ। ਧੰਨਵਾਦ। ਤਾਂ ਦੋਸਤੋ, ਇਹ ਸੀ 5ਵਾਂ ਸਬਕ। ਜੇਕਰ ਤੁਹਾਨੂੰ ਇਹ ਸਬਕ ਚੰਗਾ ਲੱਗਿਆ ਹੋਵੇ ਤਾਂ ਕਮੈਂਟ ਜ਼ਰੂਰ ਕਰਨਾ ਅਤੇ ਹੋਰ ਬਿਹਤਰੀਨ ਲਰਨਿੰਗ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦੇ ਔਲ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਤਾਂ ਦੋਸਤੋ, ਜਲਦੀ ਹੀ ਮਿਲਦੇ ਹਾਂ 6ਵੇਂ ਸਬਕ ਦੇ ਨਾਲ। ਤਦ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ।